ਕਾਂਚੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ। ਜੈ ਗੁਰਦੇਵ, ਜੈ ਭੀਮ, ਨਮੋ ਬੁਦਾਏ। ਅਪ੍ਰੈਲ ਦਾ ਮਹੀਨਾ ਖਾਸ ਕਰਕੇ ਦਲਿਤ ਸਮਾਜ ਦੇ ਲਈ ਬੜਾ ਇਤਿਹਾਸਕ ਮਹੀਨਾ, ਕਿਉਂਕਿ ਇਸ ਮਹੀਨੇ ਦੇ ਵਿੱਚ, ਅਪ੍ਰੈਲ ਮਹੀਨੇ ਦੇ ਵਿੱਚ ਯੁੱਗ ਪਲਟਾਊ ਸੰਵਿਧਾਨ ਨਿਰਮਾਤਾ ਵਿਸ਼ਵ ਰਤਨ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਹੈ। जिस महान पुरब ने, महान शख्सियत ने खास करके पूरे भारत के लोगों का ही वैसे तो जीवन जे देखा जाए तो एक ट्रैक ते लिया के खड़ा किया, और खास करके जिहड़ा समाज हक्कां तो वांझा सी उहदे लई एक दोहरा काम किया। ते नाल ही 11 अप्रैल नूं महात्मा ज्योतिबा राव फूले होना दा जन्मदिन है, जिन्हां ने ਭਾਰਤ ਦੀ ਨਾਰੀ ਜਾਤੀ ਦੇ ਵਾਸਤੇ ਕਲਿਆਣ ਦਾ ਕੰਮ ਕੀਤਾ ਹੈ। ਤੇ ਹੋਰ ਵੀ ਬਹੁਤ ਸਾਰੇ ਅਪ੍ਰੈਲ ਮਹੀਨੇ ਦੇ ਨਾਲ ਦਿਨ ਸੰਬੰਧਿਤ ਨੇ। ਤੇ ਇੱਕ ਜਿਹੜਾ ਸਾਡੇ ਦੇਖਦਿਆਂ ਜਿਹੜਾ 2 ਅਪ੍ਰੈਲ ਨੂੰ ਸੰਘਰਸ਼ ਕੀਤਾ ਹੈ, ਜਿਹਦੇ ਵਿੱਚ ਐਸਸੀ ਸਮਾਜ ਦੇ ਹੱਕ ਖੋਹੇ ਜਾ ਰਹੇ ਸੀਗੇ ਐਕਟ ਨੂੰ ਬਚਾਉਣ ਦੇ ਵਾਸਤੇ, ਉਹ ਵੀ ਸਾਡੇ ਲਈ ਇਤਿਹਾਸਕ ਦਿਨ ਹੈ। ਆਓ ਆਪਾਂ ਅੱਜ ਚਰਚਾ ਕਰਾਂਗੇ बाबा साहब भीमराव डॉक्टर अंबेडकर जी के जन्मदिन ते उन्हां दे जीवन दीयां गल्लां करांगे, संघर्ष दीयां गल्लां करांगे, समाज ते हो रहे अत्याचार दीयां गल्लां करांगे, ते समाज ने कीती तरक्की दीयां गल्लां करांगे। अज ये सारियां विचारां करन दे वास्ते कांची टीवी दे स्टूडियो दे विच मौके ते मौजूद ने समाज दे चिंतक, मिशनरी और जिन्हां ने बहुत लंबे समय तो बाबा साहब ते साडे सारे रहबरां दे मिशन नूं जन जन तक लेके जाण दे लई बहुत वड्डे उपराले कर रहे ने, और एक पंजाब दा जिहड़ा केंद्र बिंदु बनाया, खास करके शहर फगवाड़ा दे हदियाबाद दे अंदर डॉक्टर BR अंबेडकर पार्क, वो भी एक देखण योग आ। जदों असीं नैट ते देखदे आ जां मीडिया दे विच देखदे आ, साडा सीना चौड़ा हुंदा भी साडा भी कोई ना कोई केंद्र बिंदु है। ਤੇ ਆਓ ਆਪਾਂ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਜੀ। ਸਵਾਗਤ ਹੈ ਜੀ ਕਾਂਚੀ ਟੀਵੀ ਦੇ ਸਟੂਡੀਓ ਵਿੱਚ। ਕੌਲ ਸਾਹਿਬ ਜੈ ਭੀਮ ਜੀ। ਧੰਨਵਾਦ ਜੀ। ਜੈ ਭੀਮ, ਜੈ ਭਾਰਤ ਜੀ। ਕਾਂਚੀ ਟੀਵੀ ਦੇ ਸਾਰੇ ਸਰੋਤਿਆਂ ਦਾ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ, ਔਰ ਕਾਂਚੀ ਟੀਵੀ ਮੀਡੀਆ ਦਾ, ਜਿਹੜੇ ਕਿ ਆਪਣੇ ਮਹਾਂਪੁਰਸ਼ਾਂ ਦੀ ਟਾਈਮ ਟੂ ਟਾਈਮ ਕੋਈ ਨਾ ਕੋਈ ਜਿਹੜਾ ਵਿਸ਼ਾ ਲੈ ਕੇ ਲੋਕਾਂ ਦੇ ਵਿੱਚ ਮਹਾਂਪੁਰਸ਼ਾਂ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਆ। ਤਾਂ ਗੁੜਾ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜਿਹੜਾ ਆ ਪੰਜਾਬ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਦੇ ਫੈਲਾਅ ਲਈ ਜਿਹੜੇ ਸੰਘਰਸ਼ੀਲ ਜਿਹੜੇ ਯੋਧੇ ਆ ਉਹਨਾਂ ਨੂੰ ਲਿਆ ਕੇ ਮੀਡੀਆ ਰਾਹੀਂ ਤੁਸੀਂ ਜਿਹੜੀ ਵਾਰਤਾਲਾਪ ਕਰਦੇ ਆ, ਔਰ ਸੰਵਿਧਾਨ ਤੇ ਬਾਬਾ ਸਾਹਿਬ ਨਾਲ ਸੰਬੰਧਿਤ ਜਿਹੜੇ ਮਹਾਂਪੁਰਸ਼ ਆ ਉਹਨਾਂ ਤੇ ਤੁਸੀਂ ਚਰਚਾ ਕਰਦੇ ਆ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜਿਹੜਾ ਪਾਰਕ ਦਾ ਵੀ ਜ਼ਿਕਰ ਕੀਤਾ, ਤੇ ਜੈ ਭੀਮ ਜੀ। बिल्कुल जी, जय भीम। पार्क जिहड़ी है वो फगवाड़ा शहर दे जिहड़ा वार्ड हैगा आ हदियाबाद, उत्थे जिहड़ी पार्क देखण जोगा। वैसे तां मैनूं ऐ लगदा कि जिहड़े इस वेले कांची टीवी दी स्क्रीन ते अगे बैठ के सुनने वाले साडे विचार सुन रहे हो, ते मैनूं लगदा कि कोई इस तरह की शख्सियत इदां दा व्यक्ति नहीं होएगा जिहने वो पार्क ना देखी होवे। ਜਿਹਨੂੰ ਪਾਰਕ ਦੇ ਵਿੱਚ ਆਉਣ ਦਾ ਸਮਾਂ ਨਹੀਂ ਮਿਲਿਆ, ਉਹਨਾਂ ਨੇ ਮੀਡੀਆ ਚੈਨਲ ਤੇ ਸੋਸ਼ਲ ਮੀਡੀਆ ਤੇ ਜ਼ਰੂਰ ਦੇਖਿਆ ਹੋਵੇਗਾ, ਤੇ ਜੇ ਨਹੀਂ ਵੀ ਹਜੇ ਦੇਖ ਸਕੇ ਤਾਂ ਜਲਦ ਅਸੀਂ ਦਿਖਾ ਵੀ ਦਿਆਂਗੇ। ਬਿਲਕੁਲ ਜੀ, ਬਿਲਕੁਲ ਜੀ। ਕਿਉਂਕਿ ਇਹ ਜਿਹੜਾ ਮਹੀਨਾ ਹੈ ਜਿਹਦੇ ਆਪਾਂ ਅੱਜ ਚਰਚਾ ਕਰਨ ਜਾ ਰਹੇ ਹਾਂ, ਇਹ ਅਪ੍ਰੈਲ ਮਹੀਨਾ ਭਾਰਤ ਦੇ ਉਹਨਾਂ ਦਲਿਤ ਪਛੜੇ ਜਿਹੜੇ ਲੋਕ ਆ ਉਹਨਾਂ ਵਾਸਤੇ ਨਹੀਂ ਇਹ ਮਹਾਨ ਮਹੀਨਾ, ਜਿਹੜੇ ਆਪਣੇ ਆਪ ਨੂੰ ਹਾਈ ਕਾਸਟ ਕਹਿੰਦੇ ਆ ਉਹਨਾਂ ਲਈ ਵੀ ਮਹਾਨ ਮਹੀਨਾ ਆ ਜੀ। ਕਿਉਂਕਿ ਭਾਰਤ ਜਿਹੜਾ ਆ ਇਹ ਯੁੱਧਾਂ ਦਾ, ਲੜਾਈਆਂ ਦਾ ਖਾੜਾ ਬਣਿਆ ਰਿਹਾ। ਖਾਸ ਕਰਕੇ ਪੰਜਾਬ ਦੇ ਵਿੱਚ ਬਹੁਤ ਜਿਹੜਾ ਆ ਉਹ ਯੁੱਧ ਹੋਏ ਆ, ਬੜੇ ਵੱਡੇ ਘੱਲੂਘਾਰੇ ਹੋਏ ਆ, ਜਿਨ੍ਹਾਂ ਦੇ ਵਿੱਚ ਇਨਸਾਨੀਅਤ ਦਾ ਕਤਲ ਕੀਤਾ ਗਿਆ। ਤੇ ਧੰਨ ਨੇ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ, ਜਿਨ੍ਹਾਂ ਨੇ ਹਿੰਸਾ ਨੂੰ ਨੱਥ ਪਾਈ, ਸ਼ਾਂਤੀ, ਪਿਆਰ ਭਾਵਨਾ ਦਾ ਸੰਦੇਸ਼ ਦਿੱਤਾ, ਬਰਾਬਰੀ ਦਾ ਕਨਸੈਪਟ ਦਿੱਤਾ, ਤੇ ਹਰ ਇੱਕ ਨੂੰ ਜਿਨ੍ਹਾਂ ਦੀ ਤੁਸੀਂ ਗੱਲ ਕਰਕੇ ਹਟੇ ਆ ਕਿ ਜਿਨ੍ਹਾਂ ਦੀ ਕੋਈ ਪਹਿਚਾਨ ਨਹੀਂ ਸੀ, ਉਹਨਾਂ ਦੀ ਜਿਹੜੀ ਪਹਿਚਾਨ ਆ
ਇਹ ਬਾਬਾ ਸਾਹਿਬ 14 ਅਪ੍ਰੈਲ 1891 ਜਿਨ੍ਹਾਂ ਦਾ ਜਨਮ ਹੋਇਆ, ਤੇ ਨਾਲ ਹੀ ਅਪ੍ਰੈਲ ਦੇ ਵਿੱਚ ਉਸ ਰਾਸ਼ਟਰਪਿਤਾ ਜਿਹਨੂੰ ਆਪਾਂ ਅੱਜ ਕਹਿੰਦੇ ਆ, ਉਸ ਮਹਾਨ ਸ਼ਖਸੀਅਤ ਜਿਹਨੂੰ ਬਾਬਾ ਸਾਹਿਬ ਨੇ ਆਪਣਾ ਗੁਰੂ ਮੰਨਿਆ, ਤੇ ਜੋਤੀਰਾਓ ਫੂਲੇ, ਮਹਾਤਮਾ ਜੋਤੀਰਾਓ ਫੂਲੇ, ਜਿਨ੍ਹਾਂ ਨੇ ਜਿਹੜਾ ਆ ਕਿਉਂ ਗੁਰੂ ਮੰਨਿਆ, ਕਿਉਂਕਿ ਉਹਨਾਂ ਨੇ ਵੀ ਜਿਹੜਾ ਆ ਜਿਹਦੀ ਕੋਈ ਪੁੱਛ ਪੜਤਾਲ ਨਹੀਂ ਸੀ ਔਰਤ ਜਾਤੀ ਦੀ, ਉਸ ਨੂੰ ਜਿਹੜਾ ਆ ਉਹ, ਕਿਉਂਕਿ ਔਰਤ ਜਿਹੜੀ ਹੈ ਸਮਾਜ ਬਣਦਾ, ਔਰਤ ਨਾਲ ਹੀ ਘਰ ਬਣਦਾ, ਪਰਿਵਾਰ ਬਣਦਾ, ਸਮਾਜ ਬਣਦਾ। ਔਰਤ ਜਿਹੜੀ ਹੈ ਸਿੱਖਿਆ ਚੰਗੀ ਦੇਵੇਗੀ ਤੇ ਚੰਗਾ ਵਾਤਾਵਰਨ ਬਣਦਾ। ਉਹਨਾਂ ਮਹਾਨ ਰਹਿਬਰਾਂ ਤੇ ਜਿੰਨੀ ਡਿਸਕਸ ਕਰੋ ਉਨੀ ਥੋੜ੍ਹੀ ਹੈ, ਉਹਨਾਂ ਨੂੰ ਜਿੰਨਾ ਸਲੂਟ ਕਰੋ ਉਹਨਾਂ ਥੋੜ੍ਹਾ ਆ, ਜਿਨ੍ਹਾਂ ਨੇ ਮਾਨਵਤਾ ਨੂੰ ਇੱਕ ਦੂਸਰੇ ਨਾਲ ਪਿਆਰ ਕਰਨਾ ਸਿਖਾਇਆ, ਭਾਈਚਾਰਾ ਜਿਹੜਾ ਉਹ ਬਣਾਉਣਾ ਸਿਖਾਇਆ, ਇੱਕ ਦੂਸਰੇ ਨੂੰ ਗਲੇ ਲਾਉਣਾ ਸਿਖਾਇਆ, ਤੇ ਹਿੰਸਾ ਨੂੰ ਖਤਮ ਕਰਨਾ ਸਿਖਾਇਆ। ਬਿਲਕੁਲ ਜੀ, ਇਸੇ ਮਹੀਨੇ ਦੇ 11 ਅਪ੍ਰੈਲ ਨੂੰ ਜਨਮ ਹੈ, 1827 ਨੂੰ ਜਨਮ ਹੋਇਆ ਹੈ ਮਹਾਤਮਾ ਜੋਤੀਰਾਓ ਫੂਲੇ, ਜਿਨ੍ਹਾਂ ਨੇ ਆਪਣੀ ਪਤਨੀ ਦੇ ਨਾਲ ਮਿਲ ਕੇ ਔਰਤ ਨੂੰ ਪੜ੍ਹਾਉਣ ਦੇ ਯਤਨ ਕੀਤੇ ਔਰ ਕਾਮਯਾਬੀ ਹੋਏ। ਕਿਵੇਂ ਦੀ ਜ਼ਿੰਦਗੀ ਰਹੀ ਉਹਨਾਂ ਦੀ, ਜੋਤੀਰਾਓ ਫੂਲੇ ਔਰ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ, ਦੋਨਾਂ ਨੇ, ਮੀਆਂ ਬੀਬੀ ਨੇ ਬੜਾ ਸੰਘਰਸ਼ ਕੀਤਾ, ਉਹ ਇੰਨੇ ਵਿਰੋਧ ਦੇ ਬਾਵਜੂਦ। ਦੇਖੋ, ਜਿਹੜਾ ਵਰਨ ਸਿਸਟਮ ਬਣਿਆ ਔਰ ਇਹ ਜਿਹੜੇ ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ, ਇਹ ਜਿਹੜਾ ਵਰਨ ਸਿਸਟਮ ਮਨੂ ਨੇ ਘੜਿਆ, ਇਸ ਸਿਸਟਮ ਨੇ ਜਿਹੜਾ ਸਮਾਜ ਦੇ ਵਿੱਚ ਜਿਹੜੇ ਬ੍ਰਾਹਮਣ ਨੇ ਸੁਪਰਮੇਸੀ ਆਪਣੀ ਰੱਖੀ ਆ, ਉਸ ਤੋਂ ਥੱਲੇ ਜਿਹੜੇ ਆ ਉਹਨਾਂ ਨੂੰ ਹੁਕਮ ਅੰਦਰ ਰਹਿਣਾ ਦੱਸਿਆ, ਹੁਕਮ, ਔਰ ਉਸ ਤੋਂ ਥੱਲੇ ਵਾਲਿਆਂ ਨੂੰ ਉਹਦਾ ਉੱਪਰਲੇ ਆਪਣੇ ਦਾ ਹੁਕਮ, ਪੌੜੀ ਜਿਹੜਾ ਆ ਉਹ ਸਿਸਟਮ ਬਣਾਇਆ। ਉਸ ਸਿਸਟਮ ਇੰਨਾ ਘਰ ਕਰ ਚੁੱਕਿਆ ਸੀ ਕਿ ਅਸੀਂ ਜਿਹੜਾ ਆ ਛੋਟੀ ਜਾਤ ਵਿੱਚ ਪੈਦਾ ਹੋਏ ਆ, ਇਹ ਪਿਛਲੇ ਕਰਮਾਂ ਕਰਕੇ ਆ। ਹੁਣ ਜੋ ਸਾਨੂੰ ਵਰਨ ਸਿਸਟਮ ਕਹਿੰਦਾ ਆ, ਵਰਨ ਵਿਵਸਥਾ ਬਣਾਈ ਆ, ਉਹਦਾ ਸਾਨੂੰ ਜਿਹੜਾ ਆ ਉਹ ਮੰਨਣਾ ਪੈਣਾ, ਤੇ ਸਾਨੂੰ ਜਿਹੜੀ ਹੈ ਉਹ ਜਿਵੇਂ ਅੰਧ ਵਿਸ਼ਵਾਸ ਅੱਜ ਵੀ ਜਿਹੜਾ ਆ, ਅੱਜ ਸੰਵਿਧਾਨ ਲਾਗੂ ਹੋ ਚੁੱਕਾ, ਅੱਜ ਵੀ ਅੰਧ ਵਿਸ਼ਵਾਸ ਭਾਰੂ ਆ, ਤੇ ਸਮਾਜ ਵਿੱਚ ਇਹ ਸੀ ਵੀ ਜਿਹੜਾ ਆ ਉਹ ਸਾਨੂੰ ਭਗਤੀ ਕਰਨੀ ਪੈਣੀ ਆ, ਜਿਨ੍ਹਾਂ ਨੇ ਵਰਨ ਸਿਸਟਮ ਬਣਾਇਆ ਉਹਨਾਂ ਦੇ ਹੁਕਮ ਅੰਦਰ ਰਹਿਣਾ ਪੈਣਾ। ਔਰ ਉਹਦਾ ਜਿਹੜਾ ਵਿਰੋਧ ਕਰਦਾ ਸੀ, ਉਹ ਕਿੱਦਾਂ ਦਾ ਸਮਾਂ ਸੀ ਉਸ ਵੇਲੇ। ਅੱਜ ਵੀ ਤੁਸੀਂ ਦੇਖੋ, ਜਿਹੜਾ ਹੈ ਨਾ ਸੱਚ ਦੀ, ਗਿਆਨ ਦੀ ਗੱਲ ਕਰਦਾ, ਤਰਕ ਦੀ, ਵਿਗਿਆਨ ਦੀ ਗੱਲ ਕਰਦਾ, ਉਹਨਾਂ ਨੂੰ ਵੀ ਅੱਜ ਵੀ ਲੋਕ ਜਿਹੜਾ ਮੰਨਣ ਨੂੰ ਤਿਆਰ ਨੇ। ਤੇ ਜਿਹੜਾ ਉਸ ਵੇਲੇ ਕਿੱਦਾਂ ਦੇ ਹਾਲਾਤ ਹੋਣਗੇ, ਔਰਤ ਜਿਹਨੂੰ ਜਿਹੜਾ ਆ ਉਹ ਬਿਲਕੁਲ ਮਤਲਬ ਅਤੀ ਸ਼ੂਦਰ ਨਾਲੋਂ ਵੀ ਜ਼ਿਆਦਾ ਜਿਹੜਾ ਆ ਅਪਮਾਨਿਤ ਕੀਤਾ ਹੋਇਆ ਸੀ। ਘਰ ਦੇ ਵਿੱਚ ਜਿਹੜਾ ਆ ਉਹਨੂੰ ਪੈਰ ਦੀ ਜੁੱਤੀ ਜਿਹੜਾ ਸਮਝਿਆ ਜਾਂਦਾ ਸੀ, ਔਰ ਤੇ ਉਸ ਔਰਤ ਨੂੰ ਸੁਪਰੀਮ ਪਈ ਸੁਪਰਮੇਸੀ ਔਰਤ ਦੀ ਹੈ, ਨਾ ਕਿ ਵਰਨ ਸਿਸਟਮ ਦੀ। ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਨੇ ਜਦੋਂ ਇਹ ਸਾਰੇ ਜਿਹੜੇ ਹੈ ਉਹ ਗ੍ਰੰਥ ਪੜ੍ਹੇ ਹੈ, ਤੇ ਗੁਲਾਮਗਿਰੀ ਗ੍ਰੰਥ ਉਹ ਲਿਖਦੇ ਆ, ਤੇ ਉਹਨਾਂ ਨੇ ਜਿਹੜਾ ਆ ਉਹ ਦੇਖਿਆ, ਉਹਨਾਂ ਦੀ ਸੁਪਰਮੇਸੀ ਨੂੰ ਜਿਹੜਾ ਚੈਲੰਜ ਕਰਕੇ ਔਰਤ ਨੂੰ ਸੁਪਰਮੇਸੀ ਦਿੱਤੀ ਹੈ, ਔਰ ਔਰਤ ਨੂੰ ਪੜ੍ਹਾਇਆ, ਔਰਤ ਪੜ੍ਹੀ, ਔਰ ਉਸ ਔਰਤ ਨੇ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਜੀ ਨੇ ਕਿੰਨੇ ਬੱਚੇ ਸੀ ਹਰ ਵਰਗ ਦੇ, ਜਿਨ੍ਹਾਂ ਨੇ ਵਰਨ ਵਿਵਸਥਾ ਬਣਾਈ ਸੀ, ਉਹਨਾਂ ਦੀਆਂ ਬੇਟੀਆਂ ਨੂੰ ਪੜ੍ਹਾਉਣਾ ਸ਼ੁਰੂ ਕੀਤਾ। ਹਰ ਇੱਕ ਮੁਸਲਿਮ ਭਾਈਚਾਰੇ ਦੀ ਜਿਹੜੀ ਬੀਬੀ ਫਾਤਮਾ ਸ਼ੇਖ ਆ, ਉਹ ਪਹਿਲੀ ਅਧਿਆਪਕਾ ਬਣਾਈ। ਤੇ ਇਸ ਤਰ੍ਹਾਂ ਦਾ ਜਿਹੜੀ ਉਹਨਾਂ ਨੇ ਸਮਾਨਤਾ ਦਾ ਕੰਸੈਪਟ, ਪਿਆਰ ਦਾ ਕੰਸੈਪਟ, ਭਾਈਚਾਰੇ ਦਾ ਕੰਸੈਪਟ, ਸ਼ਾਂਤੀ ਦਾ ਕੰਸੈਪਟ, ਹਿੰਸਾ ਨੂੰ ਖਤਮ ਕਰਨ ਦਾ ਕੰਸੈਪਟ ਜਿਹੜਾ ਆ ਉਹ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਸ਼ੁਰੂਆਤ ਕੀਤੀ ਆ, ਤੇ ਉਹਨਾਂ ਨੂੰ ਸਲੂਟ ਹੈ। ਇਸੇ ਕਰਕੇ ਬਾਬਾ ਸਾਹਿਬ ਨੇ ਵੀ ਜਿਹੜਾ ਆ ਔਰਤ ਨੂੰ ਸੁਪਰਮੇਸੀ ਦੇਣ ਵਾਸਤੇ ਜਿਹੜੀ ਹੈ, ਉਹਨਾਂ ਨੇ ਕਿਹਾ ਜੀ ਇੱਕ ਘਰ ਦੇ ਵਿੱਚ ਲੜਕੀ ਪੜ੍ਹਦੀ ਹੈ ਤਾਂ ਸਾਰਾ ਪਰਿਵਾਰ ਪੜ੍ਹਦਾ। ਤੇ ਇਸ ਕਰਕੇ ਕਿਉਂਕਿ ਔਰਤਾਂ ਜਿਹੜੀਆਂ ਆ ਉਹਨਾਂ ਕੋਲ ਸਮਾਂ ਹੁੰਦਾ, ਉਹ ਜੇ ਪੜ੍ਹੀਆਂ ਲਿਖੀਆਂ ਔਰਤਾਂ ਹੋਣਗੀਆਂ ਤੇ ਉੱਦਾਂ ਦਾ ਸਮਾਜ ਪੈਦਾ ਹੋਏਗਾ। ਤੇ ਇਸ ਕਰਕੇ ਬਾਬਾ ਸਾਹਿਬ ਨੇ ਜੋ ਕੀਤਾ ਸੀ,
ਤੁਸੀਂ ਦੇਖੋ ਜਿਹਨੂੰ ਔਰਤ ਦੀ ਜਿਹੜਾ ਪੈਰ ਦੀ ਜੁੱਤੀ ਜਾਂ ਇੰਨਾ ਲਤਾੜਿਆ ਜਾਂ ਇੰਨਾ ਉਹਦੇ ਤੇ ਅਨਿਆਏ ਅਤਿਆਚਾਰ ਸੀ, ਅੱਜ ਉਹਨਾਂ ਮਹਾਂਪੁਰਸ਼ਾਂ ਦੀ ਬਦੌਲਤ ਜਿਹੜੀ ਹੈ ਦ੍ਰੋਪਦੀ ਮੁਰਮੂ ਸਾਡੇ ਉਹ ਅੱਜ ਦੇਸ਼ ਦੀ ਸਭ ਤੋਂ ਵੱਡੀ ਜਿਹੜੀ ਸੰਵਿਧਾਨਕ ਦੇਸ਼ ਅੰਦਰ ਕੁਰਸੀ ਦੀ ਪਾਵਰ ਜਿਹੜੀ ਹੈ ਉਹ ਰਾਸ਼ਟਰਪਤੀ ਦੀ ਹੈ। ਔਰ ਰਾਸ਼ਟਰਪਤੀ ਜਿਹੜਾ ਬੈਠਾ ਆ, ਤੁਸੀਂ ਦੇਖੋ ਅਜੋਕੇ ਸਮੇਂ ਤੇ ਜਿਹੜੇ ਅੱਜ ਧਰਮ ਗੁਰੂ ਵੀ ਆ, ਜੇ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਉਹ ਅੱਜ ਸਜ਼ਾ ਭੁਗਤ ਰਹੇ ਆ। ਬਹੁਤ ਸਾਰੇ ਅੱਜ ਆਪਾਂ ਉਹਨਾਂ ਦੇ ਨਾਂ ਨਹੀਂ ਲੈਂਦੇ ਤੇ ਲੇਕਿਨ ਜੇ ਅੱਜ ਰਹਿਮੋ ਕਰਮ ਰਾਸ਼ਟਰਪਤੀ ਤੇ ਆ ਜਾਵੇ ਵੀ 26 ਜਨਵਰੀ ਜਾਂ 15 ਅਗਸਤ ਨੂੰ ਇਹ ਛੱਡਣੇ ਆ ਤਾਂ ਉਹ ਸਜ਼ਾ ਮਾਫ ਕਰ ਸਕਦੀ ਆ। ਇੰਨੀ ਪਾਵਰ ਹੈ, ਇੰਨੀ ਜਿਹੜੀ ਮਤਲਬ ਔਰਤ ਨੂੰ ਪਾਵਰ ਦਿੱਤੀ ਹੈ। ਇਹ ਕਿਹਦੀ ਬਦੌਲਤ ਹੋਇਆ? ਬਾਬਾ ਸਾਹਿਬ ਅੰਬੇਡਕਰ ਦੀ ਬਦੌਲਤ, ਉਸ ਰਾਸ਼ਟਰਪਿਤਾ ਜੋਤੀਰਾਓ ਫੂਲੇ ਦੀ ਬਦੌਲਤ, ਜਿਹਨੇ ਕਿਹਾ ਵੀ ਔਰਤ ਜਿਹੜੀ ਹੈ ਉਹ ਸੁਪਰਮੇਸੀ ਹੈ ਉਹਦੀ। ਔਰਤ ਜਿਹੜੀ, ਕਿਉਂਕਿ ਰਾਜੇ ਬਲਵਾਨ ਗੁਰੂ ਪੀਰ ਜਿੰਨੇ ਵੀ ਪੈਦਾ ਹੋਏ ਆ ਉਹ ਔਰਤ ਪੈਦਾ ਕਰਦੀ ਹੈ। ਬਿਲਕੁਲ ਜੀ। ਖਾਸ ਕਰਕੇ ਔਰਤ ਜਾਤੀ ਦੀ ਕੌਲ ਸਾਹਿਬ ਉਹਨਾਂ ਨੇ ਗੱਲ ਕੀਤੀ ਹੈ ਵੀ ਇਹਨਾਂ ਨੂੰ ਨਰਕ ਦੇ ਵਿੱਚੋਂ ਸਵਰਗ ਤੱਕ ਪਹੁੰਚਾਉਣ ਲਈ ਜਿਉਂਦੇ ਜੀ ਔਰ ਪੈਰ ਦੀ ਜੁੱਤੀ ਤੋਂ ਸਿਰ ਦਾ ਤਾਜ ਬਣਾਉਣ ਦੇ ਲਈ ਰਾਸ਼ਟਰਪਿਤਾ ਜੋਤੀਰਾਓ ਫੂਲੇ ਉਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ। ਉਹਨਾਂ ਨੇ ਆਪਣੀ ਪਤਨੀ ਮਾਤਾ ਸਵਿਤਰੀ ਬਾਈ ਫੂਲੇ ਉਹਨਾਂ ਦੇ ਸਹਿਯੋਗ ਦੇ ਨਾਲ ਦੋਨਾਂ ਦੇ ਰਲ ਕੇ ਜਿਹੜਾ ਸੰਘਰਸ਼ ਕੀਤਾ ਤੇ ਉਹ ਅੱਜ ਉਹਦਾ ਸਿੱਟਾ ਸਾਹਮਣੇ ਆਇਆ। ਜਿਵੇਂ ਰਾਸ਼ਟਰਪਤੀ ਦੀ ਗੱਲ ਕੀਤੀ ਹੈ, ਅੱਜ ਸਾਡੀਆਂ ਜਿਹੜੀਆਂ ਭੈਣਾਂ ਨੇ ਉਹ ਅੱਜ ਸਮਾਜ ਦੀ ਹਰ ਪ੍ਰਸ਼ਾਸਨਿਕ ਕੁਰਸੀ ਤੇ, ਰਾਜਨੀਤਿਕ ਕੁਰਸੀ ਤੇ, ਸਮਾਜਿਕ ਕੁਰਸੀ ਤੇ ਮੌਜੂਦ ਦਿਖਾਈ ਦੇ ਰਹੀਆਂ। ਇਹ ਸਿਹਰਾ ਸਾਰਾ ਜਿਹੜਾ ਆ ਉਹ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੂੰ ਜਾਂਦਾ, ਕਿਉਂਕਿ ਅੱਜ ਉਹਨਾਂ ਨੂੰ ਅਸੀਂ ਯਾਦ ਕਰਨਾ ਬਣਦਾ। ਉਹਨਾਂ ਦਾ ਜਨਮ ਜਿਹੜਾ 11 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਵਿੱਚ ਹੁੰਦਾ ਹੈ ਤੇ ਉਹਨਾਂ ਦੀ ਛੋਟੀ ਉਮਰ ਦੇ ਵਿੱਚ ਹੀ ਉਹਨਾਂ ਨੇ ਸੰਘਰਸ਼ ਸ਼ੁਰੂ ਕਰ ਦਿੱਤਾ ਤੇ ਉਹਨਾਂ ਨੇ ਦੇਖਿਆ ਕਿ ਬੇਇਨਸਾਫੀ ਆ ਸਮਾਜ ਦੇ ਅੰਦਰ, ਅੱਜ ਅਨਿਆਏ ਆ ਕਿ ਜਿਹੜਾ ਔਰਤ ਨੂੰ ਵਾਂਝਾ ਰੱਖਿਆ ਗਿਆ ਹੱਕਾਂ ਤੋਂ, ਪੜ੍ਹਾਈ ਤੋਂ ਤਾਂ ਹੋਰ ਅਧਿਕਾਰਾਂ ਤੋਂ ਜਿਹੜਾ ਵਾਂਝੇ ਰੱਖਿਆ ਗਿਆ, ਗੁਲਾਮ ਬਣਾ ਕੇ ਰੱਖਿਆ ਗਿਆ ਵੀ ਉਹਦੀਆਂ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਕੱਟਣੀਆਂ ਤੇ ਅੱਜ ਕੱਟੀਆਂ ਹੋਈਆਂ ਦਿਖਾਈ ਵੀ ਦੇ ਰਹੀਆਂ। ਅੱਜ ਔਰਤ ਮਰਦ ਦੇ ਬਰਾਬਰ ਆਪ ਵੀ ਉਹ ਹਿੰਮਤ ਕਰਕੇ ਅੱਗੇ ਵਧੀ ਹੈ, ਐਜੂਕੇਸ਼ਨ ਲਈ ਹੈ ਔਰ ਅੱਜ ਜਿਹੜੀ ਮਾਣ ਸਨਮਾਨ ਦੀ ਜ਼ਿੰਦਗੀ, ਇੱਜ਼ਤ ਦੀ ਜ਼ਿੰਦਗੀ ਜਿਹੜੀ ਉਹ ਔਰਤ ਬਤੀਤ ਕਰ ਰਹੀ ਹੈ। ਇਹ ਸਾਰੇ ਦਾ ਸਾਰਾ ਜਿਹੜਾ ਸਿਹਰਾ ਰਾਸ਼ਟਰਪਿਤਾ ਜੋਤੀਬਾ ਫੂਲੇ ਤੇ ਕ੍ਰਾਂਤੀ ਜੋਤ ਮਾਤਾ ਸਵਿਤਰੀ ਬਾਈ ਫੂਲੇ ਨੂੰ ਜਾਂਦਾ। ਤੇ ਨਾਲ ਹੀ ਇਸੇ ਮਹੀਨੇ ਦੇ ਵਿੱਚ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਦਾ ਜਨਮ ਦਿਨ ਹੈ, ਉਹ ਵੀ ਆਪਾਂ ਚਰਚਾ ਕਰਾਂਗੇ। ਆਪਾਂ ਪਹਿਲਾਂ ਜੇ ਗੱਲ ਕਰੀਏ ਕਿ ਬਾਬਾ ਸਾਹਿਬ ਤੋਂ ਪਹਿਲਾਂ, ਰਾਸ਼ਟਰਪਿਤਾ ਜੋਤੀਰਾਓ ਫੂਲੇ ਤੋਂ ਪਹਿਲਾਂ ਜਾਂ ਉਸ ਵੇਲੇ ਸਮਾਜ ਦੇ ਕਿੱਦਾਂ ਦੇ ਹਾਲਾਤ ਸੀਗੇ, ਕਿਉਂਕਿ ਕਈ ਵਾਰੀ ਏਦਾਂ ਹੁੰਦੀ ਆ ਵੀ ਜਿਹੜੇ ਬਾਬਾ ਸਾਹਿਬ ਦੀ ਬਦੌਲਤ ਅੱਜ ਪੜ੍ਹਿਆ ਲਿਖਿਆ ਸਮਾਜ ਪੜ੍ਹ ਕੇ ਤਰੱਕੀ ਕੀਤੀ ਹੈ, ਉਹਨਾਂ ਨੂੰ ਕਈ ਵਾਰੀ ਏਦਾਂ ਹੀ ਲੱਗਦਾ ਹੁੰਦਾ ਵਹਿਮ ਵੀ ਇਹ ਤਾਂ ਅਸੀਂ ਆਪ ਪੜ੍ਹਾਈ ਕੀਤੀ, ਆਪ ਮਿਹਨਤ ਕਰਕੇ ਅੱਗੇ ਵਧੇ ਆ, ਬਾਕੀ ਵੀ ਤਾਂ ਰਹੀ ਗਏ ਪਿੱਛੇ, ਕਈ ਵਾਰੀ ਕਹਿਣ ਨੂੰ ਮਿਲਦੇ ਆ। ਤੇ ਇਸ ਕਰਕੇ ਜ਼ਿਕਰ ਕਰਨਾ ਬੜਾ ਜ਼ਰੂਰੀ ਬਣਦਾ ਕਿ ਉਹਨਾਂ ਦੇ ਵੇਲੇ ਕਿੱਦਾਂ ਦੇ ਹਾਲਾਤ ਸੀ। ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਤੋਂ ਪਹਿਲਾਂ ਜੋ ਹਾਲਾਤ ਸੀ, ਉਹ ਜੇ ਆਪਾਂ ਇਤਿਹਾਸ ਨੂੰ ਦੇਖੀਏ, ਇਤਿਹਾਸ 3 ਹਿੱਸਿਆਂ 'ਚ ਵੰਡਿਆ ਹੋਇਆ, ਪ੍ਰਾਚੀਨ ਭਾਰਤ, ਮੱਧ ਭਾਰਤ ਤੇ ਆਧੁਨਿਕ ਭਾਰਤ। ਪ੍ਰਾਚੀਨ ਭਾਰਤ ਜਿਹੜਾ ਆ ਉਹ ਭਾਰਤ ਦੇਸ਼ ਦੇ ਔਰ ਭਾਰਤ ਦੇ ਮੂਲ ਨਿਵਾਸੀ ਜਿਹੜੇ ਵਸਿੰਦੇ ਸੀ, ਉਹਨਾਂ ਦੇ ਲਈ ਬਹੁਤ ਸੁਨਹਿਰੀ ਯੁੱਗ ਹੋਇਆ। ਕਿਉਂ? ਉਸ ਸੁਨਹਿਰੀ ਯੁੱਗ ਦੇ ਵਿੱਚ ਜਿਹੜਾ ਕਰੁਣਾ ਦੇ ਸਾਗਰ, ਮਾਨਵਤਾ ਔਰ ਦੁਨੀਆ ਦੇ ਮਹਾਨ ਜਿਹੜੇ ਹੈ ਕਲਿਆਣਕਾਰੀ ਮਾਰਗ ਦੇਣ ਵਾਲੇ ਤਥਾਗਤ ਬੁੱਧ ਦਾ ਜਿਹੜਾ ਆ ਉਹ ਪ੍ਰਾਚੀਨ ਭਾਰਤ ਉਹਦੇ ਵਿੱਚ ਜ਼ਿਕਰ ਆਉਂਦਾ, ਕਿਉਂਕਿ ਉਸ ਮਹਾਨ ਰਹਿਬਰ ਨੇ ਰਾਜ ਭਾਗ ਹੁੰਦੇ ਹੋਏ ਮਨੁੱਖਤਾ ਦੇ ਕਲਿਆਣ ਦੇ ਲਈ, ਮਨੁੱਖਤਾ ਦੀ ਭਲਾਈ ਦੇ ਲਈ, ਮਨੁੱਖਤਾ ਦੇ ਵਿੱਚ ਉਦੋਂ ਵੀ ਵਰਨ ਸਿਸਟਮ ਸੀ, ਵਰਨ ਸਿਸਟਮ ਨੂੰ ਚੈਲੰਜ ਕਰਕੇ ਮਾਨਵ ਕਲਿਆਣਕਾਰੀ ਮਾਰਗ ਜਿਹੜਾ ਆ, ਜਿਹੜਾ ਮੱਧ
ਜੁਗਾਂ ਜੁਗਾਂ ਤੱਕ ਜਿਹੜਾ ਕਲਿਆਣਕਾਰੀ ਮਾਰਗ ਰਹੇਗਾ, ਇਹੋ ਜਿਹਾ ਉਹਨਾਂ ਨੇ ਸਿਸਟਮ ਸਾਨੂੰ ਦਿੱਤਾ ਸੀ, ਜਿਹਨੂੰ ਅਸੀਂ ਧੰਮ ਕਹਿੰਦੇ ਆ। ਬੁੱਧ, ਧੰਮ ਤੇ ਸੰਘ, ਇਹ ਜਿਹੜਾ ਆ ਉਹ ਉਸ ਵੇਲੇ ਸ਼ੁਰੂਆਤ ਹੋਈ ਆ। ਬੁੱਧ ਦਾ ਮਤਲਬ ਆ ਸਾਨੂੰ ਇੱਕ ਜਿਹੜਾ ਕੁਦਰਤ ਵੱਲੋਂ, ਕੁਦਰਤ ਨੇ ਜਿਹੜੀ ਹੈ ਮਨੁੱਖ ਨੂੰ ਸੁਪਰੀਮ ਸਮਝਿਆ ਜੀ। ਗੁਰ ਤਾਂ ਜਿਹੜੇ ਜਿੰਨੇ ਧਰਮ ਹੈ ਉਹਨਾਂ ਧਰਮਾਂ ਦੇ ਵਿੱਚ ਮਨੁੱਖ, ਹਰੇਕ ਮਨੁੱਖ ਨੂੰ ਸੁਪਰੀਮ ਕਿਹਾ ਵੀ ਇਹ ਸੁਪਰੀਮ ਜੋਨੀ ਆ, ਲੇਕਿਨ ਉਹਨਾਂ ਨੇ ਕਿਹਾ ਸੁਪਰੀਮ ਜੋਨੀ ਸਾਡਾ ਜਿਹੜਾ ਆ ਉਹ ਨਾਮ ਜਪੇ। ਲੇਕਿਨ ਬੁੱਧ ਨੇ ਕਿਹਾ ਕਿ ਤੁਮ ਆਪੋ ਦੀਪ ਭਵ, ਆਪਣਾ ਦੀਪਕ ਆਪ ਬਣ, ਕਿਉਂਕਿ ਕੁਦਰਤ ਨੇ ਤੈਨੂੰ ਜਿਹੜਾ ਆ ਇਹ ਸਾਰੀ ਸ੍ਰਿਸ਼ਟੀ ਵਾਸਤੇ ਸੁਪਰੀਮ ਬਣਾਇਆ। ਸਾਰੇ ਜੀਵ ਜੰਤੂਆਂ ਦਾ ਭਲਾ ਕਰ, ਸਾਰੀ ਸ੍ਰਿਸ਼ਟੀ ਦਾ ਭਲਾ ਕਰ ਤੇ ਖੁਦ ਮਨੁੱਖਤਾ ਦਾ ਵੀ ਭਲਾ ਕਰ। ਉਹਦੇ ਲਈ ਤੈਨੂੰ ਜਿਹੜੀ ਹੈ ਅਲੱਗ ਜਿਹੜਾ ਆ ਇੱਕ ਸਿਸਟਮ ਦਿੱਤਾ ਕਿ ਜਿਹੜਾ ਸੌਫਟਵੇਅਰ ਆ ਇਹਦਾ ਕੋਈ ਅੰਤ ਨਹੀਂ ਹੈ। ਇਹ ਤੈਨੂੰ ਸੋਚਣ ਵਾਸਤੇ ਦਿੱਤਾ। ਜਿਹੋ ਜਿਹੀ ਸੋਚ ਬਣਾਏਗਾ ਇਸ ਸੌਫਟਵੇਅਰ ਦੇ ਵਿੱਚ, ਉਹੋ ਜਿਹਾ ਉਹਦੇ ਵਿੱਚੋਂ ਕਿਰਨਾਂ ਨਿਕਲਣਗੀਆਂ। ਜੇ ਤੂੰ ਕਲਿਆਣਕਾਰੀ ਮਾਰਗ, ਸ਼ਾਂਤੀ ਦਾ ਮਾਰਗ ਔਰ ਭਲੇ ਦਾ ਮਾਰਗ ਇਹਦੇ ਵਿੱਚ ਫਿੱਟ ਕਰੇਗਾ ਤੇ ਫਿਰ ਤੂੰ ਹਰੇਕ ਦਾ ਕਰ ਭਲਾ ਹੋ, ਭਲਾ ਅੰਤ ਭਲੇ ਦਾ ਭਲਾ ਹੋਏਗਾ। ਜੇ ਤੂੰ ਹਿੰਸਾ ਦਾ, ਚੋਰੀ ਦਾ, ਠੱਗੀ ਦਾ, ਭ੍ਰਿਸ਼ਟਾਚਾਰ ਦਾ ਉਹ ਇਹਦੇ ਵਿੱਚ ਫਿੱਟ ਕਰੇਗਾ ਤੇ ਫਿਰ ਉਹੋ ਜਿਹਾ ਹੀ ਹੋਏਗਾ। ਤੇ ਇਸ ਕਰਕੇ ਉਹਨਾਂ ਨੇ ਜਿਹੜੀ ਖੋਜ ਆ ਉਹ ਕੀਤੀ ਹੈ, ਉਹ ਤ੍ਰਿਸ਼ਰਨ ਪੰਚਸ਼ੀਲ ਜਿਹੜੀਆਂ 10 ਪਾਰਮਤਾਵਾਂ, ਅਸ਼ਟਾਂਗ ਮਾਰਗ ਜਿਹੜਾ ਉਹਨਾਂ ਨੇ ਖੋਜ ਕਰਕੇ ਦਿੱਤਾ ਬਈ ਮਨੁੱਖ ਜਿਹੜਾ ਆ ਉਹ ਅਗਰ ਆਪਣਾ ਭਲਾ ਕਰ ਸਕਦਾ, ਉਹ ਆਪਣੇ ਆਪ ਕਰ ਸਕਦਾ, ਕੋਈ ਉਹਦਾ ਕਲਿਆਣ ਨਹੀਂ ਕਰ ਸਕਦਾ। ਉਹ ਦੂਸਰਿਆਂ ਦਾ, ਉਹਦੇ ਨਾਲ ਉਹ ਜੇ ਦੂਸਰਿਆਂ ਲਈ ਸੋਚ ਬਣੇਗਾ ਤਾਂ ਉਹ ਦੂਸਰਿਆਂ ਵਾਸਤੇ ਭਲੇ ਦਾ ਮਾਰਗ ਹੋਏਗਾ। ਤੇ ਇਸ ਕਰਕੇ ਜਿਹੜਾ ਇਹ ਸੁਪਰੀਮ, ਜਿਹੜਾ ਸੁਪਰਮੇਸੀ ਪਾਵਰ ਆ ਉਹ ਸਾਡੇ ਕੋਲ ਬੁੱਧ ਆ। ਬੁੱਧ ਇਹ ਜਿਹੜਾ ਧੰਮ ਆ ਉਹ ਹੈਗਾ ਮਾਨਵਤਾਵਾਦੀ ਸੋਚ। ਉਹਨੂੰ ਇਹਦੇ ਵਿੱਚ ਅਗਰ ਅਸੀਂ ਫਿੱਟ ਕਰਦੇ ਹਾਂ ਫਿਰ ਅਸੀਂ ਭ੍ਰਿਸ਼ਟਾਚਾਰ ਮੁਕਤ, ਹਿੰਸਾ ਮੁਕਤ, ਜਿਹੜਾ ਆ ਉਹ ਨਸ਼ਾ ਮੁਕਤ, ਕ੍ਰੋਧ ਮੁਕਤ, ਸ਼ਾਂਤੀ, ਪਿਆਰ ਵਾਲਾ ਜਿਹੜਾ ਆ ਉਹ ਮਾਰਗ ਬਣਦਾ। ਤੇ ਇਹ ਪ੍ਰਾਚੀਨ ਭਾਰਤ ਦੇ ਵਿੱਚ ਅਸ਼ੋਕ ਸਮਰਾਟ ਇੱਕ ਰਾਜਾ ਸੀ ਜਿੱਥੇ ਬੁੱਧ ਨੇ ਆਪਣਾ ਤਿਆਗ ਕੀਤਾ। ਤੇ ਅਸ਼ੋਕ ਸਮਰਾਟ ਨੂੰ ਜਦੋਂ ਇੱਕ ਭਿਕਸ਼ੂ ਜਿਹੜਾ ਆ ਉਹ ਇਹ ਧੰਮ ਦੇ ਮਾਰਗ ਤੇ ਲਿਆਉਂਦਾ, ਕਲਿੰਗਾ ਦੀ ਲੜਾਈ ਜਿਹੜੀ ਹੈ ਜਦੋਂ ਉਹਨੇ ਜਿੱਤੀ ਹੈ, ਜਿਹੜਾ ਅੱਜ ਉੜੀਸਾ ਆ, ਤਾਂ ਪੂਰਾ ਭਾਰਤ ਜਿਹੜਾ ਆ ਉਹਦੇ ਕੰਟਰੋਲ 'ਚ ਆ ਗਿਆ ਸੀ। ਅਸ਼ੋਕ ਸਮਰਾਟ ਚੱਕਰਵਰਤੀ ਤਰੀ ਉਹਨੂੰ ਕਹਿੰਦੇ ਆ, ਐਡਾ ਸਾਮਰਾਜ ਦਾ ਉਹ ਮਾਲਕ ਹੁੰਦੇ ਹੋਏ ਉਹ ਦੁਖੀ ਸੀ। ਉਹਦੇ ਦੁੱਖ ਦਾ ਜਿਹੜਾ ਨਿਵਾਰਨ ਆ ਇੱਕ ਭਿਕਸ਼ੂ ਨੇ ਕੀਤਾ। ਜਦੋਂ ਉਹ ਭਿਕਸ਼ੂ ਨੇ ਉਹਨੂੰ ਧੰਮ ਦਾ ਮਾਰਗ ਦਿੱਤਾ ਤਾਂ ਜਿਹੜਾ ਇਹ ਮਾਰਗ ਪੂਰੇ ਭਾਰਤ ਲਈ ਨਹੀਂ ਸੀ, ਬਾਹਰਲੀਆਂ ਜਿਹੜੇ ਏਸ਼ੀਆ ਦੇ ਵਿੱਚ ਜਿਹੜੇ ਦੇਸ਼ ਆ, ਕੰਟਰੀਆਂ, ਉਹਨਾਂ 'ਚ ਜਾ ਕੇ ਵੀ ਇੱਕ ਸਮਰਾਟ ਆਪਣੀ ਪੁੱਤਰੀ ਨੂੰ ਵੀ ਧੰਮ ਦੇ ਮਾਰਗ ਤੇ ਤੋਰਦਾ, ਆਪਣੇ ਪੁੱਤਰ ਨੂੰ ਵੀ ਤੋਰਦਾ। ਜਿੱਦਾਂ ਜਿਹੜਾ ਇਹ ਆਪਣੇ ਬੁੜਾ ਸਾਹਿਬ, ਇਹ ਜਿਹੜਾ ਬੁੱਧ ਆ ਉਹਨਾਂ ਨੇ ਬਹੁਤਿਆਂ ਨੂੰ ਨਹੀਂ ਪਤਾ ਕਿ ਜਿਹੜੀ ਉਹਨੇ ਯਸ਼ੋਧਰਾ ਮਾਤਾ ਆ ਉਹਨਾਂ ਨੂੰ ਵੀ ਜਿਹੜਾ ਆ ਇਹ ਦੀਕਸ਼ਾ ਦਿੱਤੀ ਧੰਮ ਦੀ। ਮਾਤਾ ਜਿਹੜੀ ਹੈ ਜਿਨ੍ਹਾਂ ਨੇ ਉਹਦਾ ਪਾਲਣ ਪੋਸ਼ਣ ਕੀਤਾ ਸੀ ਤੇ ਉਹਨਾਂ ਨੂੰ ਵੀ ਧੰਮ ਦੇ ਮਾਰਗ ਵਿੱਚ ਪੰਜ ਭਿਕਸ਼ੂ ਜਿਹੜੇ ਆ ਉਹ ਭਿਕਸ਼ੁਣੀਆਂ ਉਹਨਾਂ ਨੂੰ ਧੰਮ ਦੇ ਮਾਰਗ ਤੇ ਲਿਆਂਦਾ ਸੀ। ਤੇ ਉਹੀ ਮਾਰਗ ਜਿਹੜਾ ਆ ਉਹ ਰਾਸ਼ਟਰਪਿਤਾ ਜੋਤੀਰਾਓ ਫੂਲੇ ਨੇ ਐਕਸੈਪਟ ਕੀਤਾ ਸੀ। ਤੁਸੀਂ ਕਹਿੰਦੇ ਸੀ ਵੀ ਉਹਨਾਂ ਤੋਂ ਪਹਿਲਾਂ ਕੀ ਸੀ। ਅਸ਼ੋਕ ਸਮਰਾਟ ਤੋਂ ਬਾਅਦ ਆਖਰੀ ਜਦੋਂ ਬੈਦਰਥ ਦਾ ਕਤਲ ਪੁਸ਼ਪਾਮਿੱਤਰ ਸ਼ੁੰਗ ਨੇ ਕੀਤਾ ਤਾਂ ਇੱਥੇ ਫਿਰ ਜਿਹੜੇ ਜਿੰਨੇ ਵੀ ਧੰਮ ਮਾਰਗ ਵਾਲੇ ਸੀ ਉਹਨਾਂ ਦਾ ਕਤਲ ਹੋਣਾ ਸ਼ੁਰੂ ਹੋ ਗਿਆ ਤੇ ਉਹ ਵੀ ਬਾਹਰ ਵਿਦੇਸ਼ਾਂ 'ਚ ਦੌੜ ਕੇ ਜਾਂ ਉਹਨਾਂ ਦਾ ਕਤਲ ਹੋਇਆ। ਉਸ ਤੋਂ ਬਾਅਦ ਇਹ ਜਿਹੜੀ ਮਨੂ ਸਿਮਰਤੀ ਜਾਤਾਂ ਪਾਤਾਂ ਦਾ ਸਿਸਟਮ ਸ਼ੁਰੂ ਹੋਇਆ, ਡਰ ਭੌ ਦਾ ਸਿਸਟਮ ਸ਼ੁਰੂ ਹੋਇਆ ਔਰ ਪਿੰਡਾਂ ਤੋਂ ਬਾਹਰ ਨਿਕਲ ਕੇ ਰਹਿਣ ਦਾ ਸਿਸਟਮ ਸ਼ੁਰੂ ਹੋਇਆ। ਬਹੁਤ ਜਾਣੀ ਕਿ ਜੇ ਤੁਸੀਂ ਉਹਦੀ ਆਪਾਂ ਜ਼ਿਕਰ ਕਰੀਏ ਜਾਂ ਇਤਿਹਾਸ ਪੜ੍ਹੀਏ ਇਹ ਸਮਾਂ ਵੀ ਲੱਗ ਸਕਦਾ ਬਹੁਤ। ਤੇ ਲੇਕਿਨ ਜਿਹੜਾ ਆ
ਉਹ ਅੰਧਕਾਰ ਦਾ, ਭ੍ਰਿਸ਼ਟਾਚਾਰ ਦਾ, ਕਤਲੇਆਮ ਦਾ ਸਮਾਂ ਸੀ ਔਰ ਕੋਈ ਗਿਆਨ ਦਾ ਨਹੀਂ ਸੀ, ਕੋਈ ਸਿੱਖਿਆ ਦਾ ਮਾਰਗ ਨਹੀਂ ਸੀ, ਕੋਈ ਕਿਤੇ ਜਿਹੜੇ ਆ ਉਹ ਸਕੂਲ ਕਾਲਜ ਨਹੀਂ ਸੀ ਹੁੰਦੇ। ਮਰਜ਼ੀ ਦੇ ਜਿਹੜੇ ਆ ਉਹ ਜਿੱਥੇ ਜਿੱਥੇ ਉਹ ਮਨੋਵਾਦ ਨੂੰ ਜਾਂ ਵਰਨ ਸਿਸਟਮ ਬਣਾਉਣ ਵਾਲਿਆਂ ਨੂੰ ਉਹ ਜਿੰਨੀ ਕੁ ਸਿੱਖਿਆ ਚਾਹੀਦੀ ਸੀ ਉਹ ਆਪਣੇ ਕੰਟਰੋਲ 'ਚ ਸੀ ਤੇ ਹਰ ਇੱਕ ਲਈ ਸਿੱਖਿਆ ਤੋਂ ਵਾਂਝੇ ਸੀ। ਇਹ ਜਿਹੜੇ ਮਾਰਗ ਹੈ ਇਹ ਆਪਣੇ ਮਹਾਂਪੁਰਸ਼ਾਂ ਨੇ, ਰਾਸ਼ਟਰਪਿਤਾ ਜੋਤੀਰਾਓ ਫੂਲੇ, ਮਾਤਾ ਸਵਿਤਰੀ ਬਾਈ ਫੂਲੇ ਜੀ, ਇਹਨਾਂ ਨੇ ਸ਼ੁਰੂਆਤ ਕੀਤੀ ਆ ਔਰ ਇਹਨਾਂ ਨੇ ਸਹਿਯੋਗ ਜਿਹੜਾ ਲਿਆ ਉਹ ਤਾਂ ਭਲਾ ਹੋਵੇ ਅੰਗਰੇਜ਼ਾਂ ਦਾ। ਜਿਹੜੇ ਅੰਗਰੇਜ਼ ਭਾਰਤ ਦੇ ਵਿੱਚ ਆਏ ਆ ਉਹਨਾਂ ਨੇ ਰਾਜ ਤਾਂ ਕਰਦੇ ਸੀ ਪਰ ਉਹ ਮੁਗਲਾਂ ਨੇ 800 ਸਾਲ ਰਾਜ ਕੀਤਾ ਤੇ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਗਿਆ ਕਿਉਂਕਿ ਉਹ ਵਰਨ ਸਿਸਟਮ ਦੀ, ਵਰਨ ਵਿਵਸਥਾ ਦੀ ਮੰਨਦੇ ਸੀ। ਤੇ ਜਿਹੜੇ ਸਾਡੇ ਮਾਨਵਤਾਵਾਦੀ ਸੋਚਦੇ ਸੀ ਮੱਧ ਭਾਰਤ ਦੇ ਵਿੱਚ, ਤੁਸੀਂ ਜੇ ਇਤਿਹਾਸ ਪੜ੍ਹਦੇ ਆ ਤਾਂ ਉਹ ਸਭ ਦਾ ਜਿਹੜਾ ਆ ਇਹਨਾਂ ਨੇ ਸਾਡੀ ਇੱਕ ਨਹੀਂ ਸੁਣੀ, ਸਭ ਦਾ ਕਤਲੇਆਮ ਹੋਇਆ। ਤੇ ਇਹ ਜਿਹੜੀ 1757 ਤੋਂ ਬਾਅਦ ਪਲਾਸੀ ਦਾ ਯੁੱਧ, ਬਕਸਰ ਦਾ ਯੁੱਧ, ਉਦੋਂ ਬਾਅਦ ਅੰਗਰੇਜ਼ ਆਏ ਆ ਤਾਂ ਉਹਨਾਂ ਨੇ ਸਾਡੀ ਲਈ ਜਿਹੜਾ 1835 ਦੇ ਵਿੱਚ ਸਕੂਲ ਖੋਲ੍ਹਿਆ, ਫਿਰ ਯੂਨੀਵਰਸਿਟੀਆਂ ਖੁੱਲ੍ਹਣੀਆਂ ਸ਼ੁਰੂ ਹੋਈਆਂ ਤੇ ਜਿਹੜੇ ਫਿਰ ਸਿੱਖਿਆ ਦਾ ਮਾਰਗ ਜਦੋਂ ਰਾਸ਼ਟਰਪਿਤਾ ਜੋਤੀਰਾਓ ਫੂਲੇ ਜੀ ਸ਼ੁਰੂ ਕਰਦੇ ਆ 1848 ਚ ਪਹਿਲਾ ਸਕੂਲ ਖੋਲ੍ਹਿਆ ਤੇ ਮਾਤਾ ਸਵਿਤਰੀ ਬਾਈ ਫੂਲੇ ਜੀ ਅਧਿਆਪਕਾ ਬਣੀਆਂ। ਇਹ ਸਿੱਖਿਆ ਦੇ ਨਾਲ ਹੀ ਸਾਡੀ ਜਿਹੜੀ ਹੈ ਉਹ ਸਾਡੇ ਕਲਿਆਣ ਦਾ ਮਾਰਗ ਸ਼ੁਰੂ ਹੋਇਆ। ਇਸੇ ਕਰਕੇ ਬਾਬਾ ਸਾਹਿਬ ਨੇ ਵੀ ਜਿਹੜਾ ਕਲਮ ਨੂੰ ਤੇ ਸਿੱਖਿਆ ਨੂੰ ਜਿਹੜੀ ਹੈ ਉਹ ਪ੍ਰਾਇਓਰਟੀ ਦਿੱਤੀ ਆ। ਤੇ ਜਿਹੜਾ ਤੁਸੀਂ ਰਾਸ਼ਟਰਪਿਤਾ ਜੋਤੀਰਾਓ ਫੂਲੇ ਦੇ ਟਾਈਮ ਦਾ ਸਮਾਂ ਦੇਖਦੇ ਆ, ਉਸ ਵੇਲੇ ਵੀ ਪੇਸ਼ਵਾ ਰਾਜ ਹੁੰਦਾ ਸੀ ਤੇ ਇੱਕ ਮਨੁੱਖ ਉਹਦੇ ਪਿੱਠ ਪਿੱਛੇ ਝਾੜੂ, ਮੂੰਹ ਵਿੱਚ ਮੋਹਰੇ ਕੁੱਜਾ, ਸਿਰ ਤੇ ਖੰਭ। ਤੇ ਇਹ ਜਿਹੜਾ ਸਿਸਟਮ ਆ ਜੇ ਆਪਾਂ ਪੜ੍ਹਦੇ ਆ, ਰਾਸ਼ਟਰਪਿਤਾ ਜੋਤੀਰਾਓ ਫੂਲੇ ਨਾਲ ਅਤਿਆਚਾਰ ਹੋਇਆ ਬਈ ਉਹਨੂੰ ਇੱਕ ਬਰਾਤ ਦੇ ਵਿੱਚੋਂ ਕੱਢ ਦਿੱਤਾ ਗਿਆ, ਉਹਨੂੰ ਆਪਣਾ ਅਤਿਆਚਾਰ ਭੁੱਲ ਗਿਆ ਜਦੋਂ ਇੱਕ ਜਿਹੜਾ ਆ ਝੁੱਗੀ ਦੇ ਵਿੱਚੋਂ ਇਹ ਜਿਹੜਾ ਮੂੰਹ ਮੁਰੇ ਕੁੱਜਾ ਤੇ ਸਿਰ ਤੇ ਖੰਭ ਤੇ ਪਿੱਠ ਪਿੱਛੇ ਝਾੜੂ ਬੰਨ ਕੇ ਇੱਕ ਜਦੋਂ ਬੰਦਾ ਆਉਂਦਾ ਉਹਦੇ ਵੱਲ ਰੋਂਦਿਆਂ ਦੇਖ ਕੇ ਹੱਸਦਾ। ਜੋਤੀਰਾਓ ਫੂਲੇ ਸਾਹਿਬ ਜੀ ਉਹ ਕਹਿੰਦੇ ਵੀ ਮੇਰੇ ਨਾਲ ਤਾਂ ਜਿਹੜੀ ਹੋਈ ਆ ਇਹਦੇ ਨਾਲ ਇੰਨਾ ਕੁਝ ਹੋਇਆ ਇਹਨੂੰ ਪਤਾ ਹੀ ਨਹੀਂ ਵੀ ਇਹਨਾਂ ਨੂੰ ਸਿੱਖਿਆ ਦੀ ਲੋੜ ਆ। ਇਹ ਜਾਗਰਤੀ ਅਭਿਆਨ, ਗੁਲਾਮੀ ਦਾ ਵੀ ਜਿਹੜਾ ਅਹਿਸਾਸ ਨਹੀਂ ਉਹਨਾਂ ਨੂੰ। ਨਾ ਅੱਜ ਵੀ ਜਿਹੜਾ ਬੈਕਵਰਡ ਸਮਾਜ ਆ ਉਹਨੂੰ ਆਪਣੀ ਗੁਲਾਮੀ, ਐਸੀ ਨੂੰ ਤਾਂ ਪਤਾ ਲੱਗ ਚੁੱਕਾ ਫਿਰ ਵੀ, ਲੇਕਿਨ ਜਿਹੜਾ ਬੈਕਵਰਡ ਆ ਉਹਨੂੰ ਹਜੇ ਤੱਕ ਨਹੀਂ ਪਤਾ। ਇਸ ਕਰਕੇ ਜਿਹੜਾ ਸਮਾਜ ਦੇ ਵਿੱਚ ਸਮਾਜਿਕ ਸਿੱਖਿਆ ਦੀ ਬਹੁਤ ਘਾਟ ਆ। ਉੱਦਾਂ ਡਿਗਰੀਆਂ ਲੈ ਕੇ ਅਸੀਂ ਬਹੁਤ ਕੁਝ, ਚਾਹੇ PhD ਕਰ ਗਏ, ਚਾਹੇ MBBS ਕਰ ਗਏ, ਬਹੁਤ ਕੁਝ ਡਾਕਟਰ, ਵਕੀਲ, ਵੱਡੀਆਂ ਕੁਰਸੀਆਂ ਤੇ ਜੱਜ ਬਣ ਗਏ ਆ। ਲੇਕਿਨ ਜੇ ਉਸ ਵੇਲੇ ਦਾ ਇਤਿਹਾਸ ਪੜ੍ਹੀਏ ਤਾਂ ਮਾਨਵਤਾ ਦੇ ਨਾਲ ਜਿਹੜਾ ਆ ਉਹ ਮਤਲਬ ਇੱਕ ਕਹਾਣੀਆਂ ਵੀ ਬਣੀਆਂ, ਅਛੂਤਾ ਤੇਰੀ ਜ਼ਿੰਦਗੀ ਇਹ ਹੌਂਕਿਆਂ ਭਰੀ ਜ਼ਿੰਦਗੀ ਹੈ, ਆਉਂਦੀ ਪਈ ਸ਼ਰਮਿੰਦਗੀ। ਇਹ ਜਿਹੜੀਆਂ ਐਵੇਂ ਨਹੀਂ ਬਣੀਆਂ ਵੀ ਮਤਲਬ ਸ਼ਰਮਿੰਦਗੀ ਦਾ ਇਤਿਹਾਸ ਆ ਸਾਡਾ। ਇਹ ਸਾਡੇ ਪੁਰਖਿਆਂ ਦਾ ਅਸੀਂ ਦਿੱਤਾ ਦੇ ਨਹੀਂ ਸਕਦੇ ਔਰ ਅਸੀਂ ਦੇ ਵੀ ਨਹੀਂ ਰਹੇ। ਜੋ ਅੱਜ ਦੇ ਹਾਲਾਤ ਤੁਸੀਂ ਦੇਖ ਰਹੇ ਆ, ਬਾਬਾ ਸਾਹਿਬ ਤਾਂ ਦੇ ਜਯੰਤੀ ਦੇ ਅਸੀਂ ਖੁਸ਼ੀਆਂ ਮਨਾਉਂਦੇ ਆ ਪਰ ਉਹਦੀ ਜਿਹੜੀ ਅਧੂਰੇ ਕਾਰਵਾਂ ਨੂੰ ਮੰਜ਼ਿਲ ਤੱਕ ਲਿਜਾਣ ਦੇ ਲਈ ਅਸੀਂ ਚਿੰਤਤ ਨਹੀਂ ਆ। ਅਸੀਂ ਸੰਗਠਨ ਜਿਹੜਾ ਆ ਉਹ ਬਣਾਉਣ ਦੇ ਵਿੱਚ ਆਪਣੇ ਤਾਂ ਜਿਹੜੇ ਆ ਉਹ ਸੰਗਠਨ ਬਣਾਉਂਦੇ ਆ, ਪਰ ਜਿਹੜਾ ਦੁਸ਼ਮਣ ਨਾਲ ਲੜਨ ਵਾਲਾ ਪ੍ਰਬੁੱਧ ਭਾਰਤ ਬਣਾਉਣ ਵਾਲਾ ਸੰਗਠਨ ਆ ਉਹ ਅਸੀਂ ਉਹਦੇ ਵਿੱਚ ਸਫਲ ਨਹੀਂ ਹੋ ਰਹੇ। ਬਿਲਕੁਲ ਜੀ, ਜਿਵੇਂ ਬਾਬਾ ਸਾਹਿਬ ਉਹਨਾਂ ਦੇ ਵੇਲੇ ਦੀ ਗੱਲ ਜਾਂ ਉਹਨਾਂ ਤੋਂ ਪਹਿਲਾਂ ਦੇ ਵੇਲੇ ਦੀ ਗੱਲ, ਸਮਾਜ ਦੇ ਹਾਲਾਤਾਂ ਦੇ ਉੱਤੇ ਬਹੁਤ ਬਰੀਕੀ ਦੇ ਨਾਲ ਜਿਹੜੀ ਝਾਤ ਪਾਈ ਹੈ ਕੌਲ ਸਾਹਿਬ ਉਹਨਾਂ ਨੇ, ਔਰ ਬਾਬਾ ਸਾਹਿਬ ਉਹਨਾਂ ਨੇ ਕਿਵੇਂ ਸੰਘਰਸ਼ ਕੀਤਾ, ਕਿਹੜੇ ਖਾਸ ਮੁੱਦੇ ਰਹੇ ਸਮਾਜ ਦੇ ਵਿੱਚ ਬਰਾਬਰਤਾ ਲੈ ਕੇ ਆਉਣ ਦੇ ਲਈ, ਕਿਵੇਂ ਉਹਨਾਂ ਨੇ ਲੜਾਈ ਲੜੀ ਆ ਔਰ ਆਪਣੀ ਕਲਮ ਦੇ ਨਾਲ। ਇੱਥੇ ਕਲਮ ਤੋਂ ਮੈਨੂੰ ਇੱਕ ਹੋਰ ਵੀ ਚੇਤਾ ਆ ਜਾਂਦਾ ਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਇਹ ਕਲਯੁਗ ਹੈ, ਤੇ ਜੇ ਦੇਖਿਆ ਜਾਵੇ ਦਲਿਤ ਸਮਾਜ ਲਈ ਤਾਂ ਇੱਕ ਕਲਮ ਯੁੱਗ ਹੈ। ਕਲਮ ਯੁੱਗ ਹਾਂਜੀ, ਇਹ ਕਲਮ ਯੁੱਗ ਹੈ। ਅੱਜ ਇੱਥੇ ਬਿਲਕੁਲ ਜੀ ਕੌਲ ਸਾਹਿਬ, ਜਿਵੇਂ ਤੁਸੀਂ ਦੱਸਿਆ ਕਿ ਬਾਬਾ ਸਾਹਿਬ ਉਹਨਾਂ ਨੇ ਆਪਣੇ ਸੰਵਿਧਾਨ ਦੇ ਵਿੱਚ ਸਾਰੇ ਭਾਈਚਾਰੇ ਨੂੰ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਇੱਕ ਬਰਾਬਰ ਸਮਾਨਤਾ ਦੇਣ ਦੀ ਕੋਸ਼ਿਸ਼ ਕੀਤੀ ਹੈ, ਤੇ ਇਹਦੇ ਨਾਲ ਸਮਾਜ ਦੇ ਵਿੱਚ ਤਬਦੀਲੀ ਕਿੰਨੀ ਕਾਈ ਲੱਗਦੀ ਜੇ ਆਪਾਂ ਸੰਵਿਧਾਨ ਤੋਂ ਪਹਿਲਾਂ
ਜਾਂ ਬਾਬਾ ਸਾਹਿਬ ਤੋਂ ਪਹਿਲਾਂ ਦੀ ਗੱਲ ਕਰੀਏ, ਅੱਜ ਤੁਹਾਨੂੰ ਕਿੰਨਾ ਕੁ ਲੱਗਦਾ ਵੀ ਸਮਾਜ ਦੇ ਵਿੱਚ ਕ੍ਰਾਂਤੀ ਕਿੰਨੀ ਕਾਈ ਲੱਗਦੀ, ਤਬਦੀਲੀ, ਚੇਂਜ ਕਿੰਨੀ ਕਾਈ ਲੱਗਦੀ ਆ? ਚੇਂਜ ਇਸ ਤਰ੍ਹਾਂ ਆ ਬਈ ਸੰਵਿਧਾਨਕ ਜਿਹੜੇ ਮਿਲੇ ਹੱਕ ਆ ਜੀ। ਉਹ ਐਸਸੀ ਤੇ ਬੀਸੀ ਸਮਾਜ ਤੇ ਦੂਸਰੇ ਜਿਹੜੇ ਸਮਾਜ ਵੀ ਆ ਸਾਰੇ ਹੀ, ਉਹ ਲੋਕ ਜਿਹੜੇ ਆ ਲੈਣ ਲੱਗ ਪਏ ਆ। ਲੇਕਿਨ ਜਿਹੜੀ ਤਬਦੀਲੀ ਆਉਣੀ ਚਾਹੀਦੀ ਸੀ ਉਹ ਸੀ ਸਮਾਜਿਕ ਤਬਦੀਲੀ। ਸਮਾਜ ਵਿੱਚ ਜਿਹੜਾ ਆ ਉਹ ਰਲ ਮਿਲ ਕੇ ਜਾਤ ਤੋਂ ਉੱਪਰ ਉੱਠ ਕੇ, ਮਜ਼ਹਬ ਤੋਂ ਉੱਪਰ ਉੱਠ ਕੇ, ਧਰਮ ਤੋਂ ਉੱਪਰ ਉੱਠ ਕੇ ਰਹਿਣਾ ਚਾਹੀਦਾ ਸੀ ਲੋਕਾਂ ਨੂੰ। ਉਹ ਤਬਦੀਲੀ ਨਹੀਂ ਆ ਸਕੀ। ਜਿਹੜੀ ਆਈ ਆ ਉਹ ਕਿੰਨੀ ਕਾਈ, ਤੁਸੀਂ ਕਿੱਦਾਂ ਤੁਸੀਂ ਨਾਪਦੇ ਹੋ? ਉਹ ਇਸ ਤਰ੍ਹਾਂ ਆ ਵੀ ਜਿਹੜਾ ਮਨੂਵਾਦ ਆ ਉਹਨੇ ਸਾਨੂੰ ਕੰਟਰੋਲ ਜਿਹੜਾ ਉਹਨੇ ਕੀਤਾ ਸੀ ਸਾਡੇ ਸੌਫਟਵੇਅਰ ਤੇ ਕੀਤਾ ਸੀ। ਉਹ ਅਸੀਂ ਜਿਹੜਾ ਸੌਫਟਵੇਅਰ ਦਾ ਅੱਜ ਇਸਤੇਮਾਲ ਮਨੂ ਨੇ ਜਿਹੜਾ ਅੱਜ ਸੰਵਿਧਾਨ ਤੋਂ ਬਾਅਦ ਸਾਨੂੰ ਨੌਕਰੀ ਕਰਨ ਦਾ ਹੱਕ ਮਿਲਿਆ, ਉਹ ਨੌਕਰੀ ਕਰਨ ਦੇ ਲਈ ਜਿਹੜਾ ਅਸੀਂ ਉਹਦਾ ਇਸਤੇਮਾਲ ਕੀਤਾ। ਸਮਾਜ ਵਿੱਚ ਤਬਦੀਲੀ ਲਿਆਉਣ ਦੇ ਲਈ ਪੇ ਬੈਕ ਟੂ ਦਾ ਸੁਸਾਇਟੀ ਨਹੀਂ ਕੀਤਾ। ਸਮਾਜ ਵਿੱਚ ਸੱਭਿਆਚਾਰਕ ਬਦਲਣ ਦਾ ਕੰਮ ਨਹੀਂ ਕੀਤਾ। ਕਲਚਰ ਬਦਲਣਾ ਚਾਹੀਦਾ ਸੀ। ਸਮਾਜ ਵਿੱਚ ਮਿਕਸ ਹੋ ਕੇ ਸਾਰੇ ਜਿਹੜੇ ਆ ਰਹਿਬਰ ਆ ਉਹਨਾਂ ਦਾ ਜਨਮ ਦਿਨ ਇਕੱਠੇ ਮਨਾਉਂਦੇ ਤੇ ਇੱਕ ਸਾਂਝੀਵਾਲਤਾ ਦਾ ਸੰਦੇਸ਼ ਦਿੰਦੇ। ਉੱਦਾਂ ਤਾਂ ਸਾਰੇ ਧਰਮ ਕਹਿੰਦੇ ਆ ਬਈ ਧਰਮ ਨੇ ਹੀ ਸਿਖਾਤਾ ਆਪਸ ਵਿੱਚ ਬੈਰ ਰੱਖਣਾ। ਲੇਕਿਨ ਅੱਜ ਸੰਵਿਧਾਨ ਤੋਂ ਬਾਅਦ ਵੀ ਤੁਸੀਂ ਦੇਖ ਰਹੇ ਆ ਕਿ ਜਿੰਨਾ ਬੈਰ ਅੱਜ ਧਰਮਾਂ ਦੇ ਵਿੱਚ ਆ, ਮਾਨਵਤਾ ਦਾ ਕਤਲ ਹੋ ਰਿਹਾ ਮਾੜੀ ਮਾੜੀ ਸ਼ੋਸ਼ੇ ਛੱਡ ਕੇ। ਉਹਦਾ ਕਾਰਨ ਹੀ ਇਹ ਆ ਵੀ ਜਿਹੜਾ ਅਸਲੀ ਮਹਾਪੁਰਸ਼ਾਂ ਨੇ ਮਾਨਵਤਾ ਦਾ ਸੰਦੇਸ਼ ਦਿੱਤਾ ਸੀ, ਕਲਿਆਣਕਾਰੀ ਮਾਰਗ ਦਾ ਸੰਦੇਸ਼ ਦਿੱਤਾ ਸੀ, ਉਹ ਅਸੀਂ ਲੋਕਾਂ ਦੇ ਵਿੱਚ ਸੱਭਿਆਚਾਰ ਤੇ ਕਲਚਰ ਚੇਂਜ ਕਰਨ ਦੇ ਵਿੱਚ ਨਫਿੱਟ ਰਹੇ ਹਾਂ। ਉਹਦੇ ਕਰਕੇ ਜਿਹੜਾ ਆ ਉਹ ਨੌਕਰੀਆਂ 'ਚ ਤਾਂ ਅਸੀਂ ਅੱਗੇ ਵੱਧ ਗਏ ਆ, ਰਾਜਨੀਤੀ 'ਚ ਵੀ ਸਾਡਾ ਯੂਜ ਹੋ ਰਿਹਾ ਬਈ ਅੱਜ ਜਿਹੜਾ ਰਾਜਨੀਤੀ 'ਚ ਅਛੂਤਾਂ ਨੂੰ ਸੰਵਿਧਾਨ ਕਰਕੇ ਲੈਣਾ ਪੈ ਰਿਹਾ। ਲੇਕਿਨ ਅੱਜ ਜੇ ਤੁਸੀਂ ਦੇਖੀਏ ਬਈ ਉਹਨਾਂ ਲੋਕਾਂ ਨੇ ਜਿਹੜਾ ਧਰਮ ਦੀ ਆੜ ਦੇ ਵਿੱਚ ਉਹਨਾਂ ਨੇ ਸਾਨੂੰ ਜਿਹੜਾ ਆ ਜਿਹੜੇ ਨੌਕਰ ਆ, ਕਿਉਂਕਿ ਸ਼ਾਸਕ ਅੱਜ ਵੀ ਉਹੀ ਆ। ਜੇ ਅਸੀਂ ਦੇਖਦੇ ਆ ਵੀ ਸੰਵਿਧਾਨ ਤੋਂ ਬਾਅਦ ਲੋਕਤੰਤਰ ਲੋਕਾਂ ਦਾ ਤੇ ਲੋਕਾਂ ਵਾਸਤੇ ਉਹ ਜਿਹੜੇ 4 ਪਿੱਲਰ ਆ, ਉਹ ਹੈ ਜੁਡੀਸ਼ੀਅਲ ਹਾਂਜੀ, ਸੰਸਦੀ, ਕਾਰਜਪਾਲਿਕਾ ਤੇ ਜਿਹੜਾ ਇਹ ਪ੍ਰੈਸ ਮੀਡੀਆ, ਉਹ ਤੇ ਕਬਜ਼ਾ ਕਿਹਦਾ ਆ? ਜਿਹੜਾ ਕਬਜ਼ਾ ਕਿਹੜਾ ਆ? ਸਿੱਖਿਆ ਜਿਹੜੀ ਹੈ ਉਹ ਨੌਕਰੀ ਕਰਨ ਜੋਗੀ ਸਿੱਖਿਆ ਦੇਣੀ ਕਿਹੜੀ ਹੈ? ਉਹ ਅੰਧ ਵਿਸ਼ਵਾਸ ਦੀ ਹੈ। ਜਿਨ੍ਹਾਂ ਮਹਾਪੁਰਸ਼ਾਂ ਨੇ ਲੋਕਾਂ ਵਿੱਚ ਭਾਈਚਾਰੇ ਦਾ, ਸ਼ਾਂਤੀ ਦਾ ਬਗਾਵਤ ਕਰਕੇ ਸੰਦੇਸ਼ ਦਿੱਤਾ ਕਿ ਉਹਨਾਂ ਦਾ ਲਿਟਰੇਚਰ ਅੱਜ ਤੁਹਾਨੂੰ ਨਜ਼ਰ ਆਉਂਦਾ ਯੂਨੀਵਰਸਿਟੀਆਂ ਤੇ ਲਿਟਰੇਚਰ 'ਚ, ਕਾਲਜਾਂ ਦੇ ਵਿੱਚ ਆਉਂਦਾ ਜੀ? ਬਿਲਕੁਲ ਨਹੀਂ ਹੁੰਦਾ। ਇਹ ਹੀ ਕਾਰਨ ਹੈ ਵੀ ਅਸੀਂ ਆਪਣੇ ਮਹਾਪੁਰਸ਼ ਜਿਨ੍ਹਾਂ ਨੇ ਪ੍ਰੈਕਟੀਕਲੀ ਸੱਭਿਆਚਾਰ, ਸੰਸਕ੍ਰਿਤੀ ਜਿਹੜੀ ਹੈ ਉਹ ਮਾਨਵਤਾਵਾਦੀ ਭਾਈਚਾਰੇ ਵਾਲੀ ਸਾਨੂੰ ਦਿੱਤੀ ਆ। ਲੋਕਾਂ ਲਈ, ਲੋਕਾਂ ਵਾਸਤੇ ਧੰਮ ਦਿੱਤਾ, ਸੰਵਿਧਾਨ ਦਿੱਤਾ। ਅਸੀਂ ਉਹਨਾਂ ਦਾ ਹੁਣ ਪਤਾ ਲੱਗਣ ਲੱਗਾ ਲੋਕਾਂ ਨੂੰ ਵੀ ਬਾਬਾ ਸਾਹਿਬ ਨੇ ਕੀ ਕੀਤਾ। ਬਾਬਾ ਸਾਹਿਬ ਦਾ ਖੁਦ ਦਾ ਜਿਹੜਾ ਆ ਉਹ ਇਤਿਹਾਸ ਕਿਤਾਬਾਂ 'ਚ ਨਹੀਂ ਸੀਗਾ। ਅੱਜ ਵੀ 26 ਜਨਵਰੀ ਤੇ ਜਿਹੜੇ ਆ ਉਹ ਹੋਰ ਹੀ ਮਤਲਬ ਜਿਹੜੇ ਕੌਣ ਚਾਚਾ ਕੌਣ ਰਾਸ਼ਟਰਪਿਤਾ ਉਹ ਦੱਸਦੇ ਆ, ਲੇਕਿਨ ਜਿਹੜਾ ਭਾਰਤ ਦੇਸ਼ ਦਾ ਨਿਰਮਾਣ ਦਾਤਾ ਕੌਣ ਆ ਇਹ ਕੋਈ ਦੱਸਦਾ? ਇਸ ਕਰਕੇ ਇਹ ਸਾਨੂੰ ਦੱਸਣਾ ਪੈਣਾ, ਸਾਨੂੰ ਆਪਣਾ ਕਲਚਰ ਚੇਂਜ ਕਰਕੇ ਆਪਣਾ ਜਿਹੜਾ ਉਹਨਾਂ ਨੂੰ ਨਾਲ ਰਲਾਉਣਾ ਪੈਣਾ। ਨਹੀਂ ਤਾਂ ਅੱਜ ਉਹਨਾਂ ਨੇ ਜਿਹੜਾ ਆ ਉਹ ਸਾਨੂੰ ਅੰਧ ਵਿਸ਼ਵਾਸ ਦਾ ਬੋਲਬਾਲਾ ਅੱਜ ਵੀ ਆ। ਜਿਵੇਂ ਤੁਸੀਂ ਅੰਧ ਵਿਸ਼ਵਾਸ ਦੇ ਬੋਲਬਾਲੇ ਦੀ ਕੀਤੀ, ਅੰਧ ਵਿਸ਼ਵਾਸ ਦਾ ਬੋਲਬਾਲਾ ਜਾਂ ਅੰਧ ਵਿਸ਼ਵਾਸ ਖਤਮ ਕਰਨ ਦੇ ਲਈ ਬਾਬਾ ਸਾਹਿਬ ਭੀਮਰਾਓ ਡਾਕਟਰ ਅੰਬੇਡਕਰ ਜੀ ਨੇ ਬੰਬੇ ਚੁਰਸਤੇ ਦੇ ਵਿੱਚ ਮਨੂ ਸਿਮਰਤੀ ਨੂੰ ਫੂਕਿਆ ਸੀਗਾ। ਲੱਗਦਾ ਕਿ ਸਮਾਜ ਅੱਜ ਵਿੱਚ ਮੇੜੀ ਬੈਠਾ ਮਨੂ ਸਿਮਰਤੀ ਨੂੰ ਸਾੜ ਕੇ ਤੇ ਇੱਕ ਸੰਕੇਤ ਦਿੱਤਾ ਸਮਾਜ ਨੂੰ, ਸੰਕੇਤ ਦਿੱਤਾ ਬਈ ਇਹ ਜਿਹੜੀ ਹੈ ਇਹ ਮਾਨਵਤਾ ਦੇ ਲਈ ਹਿੰਸਕ ਹੈ, ਇਹ ਮਾਨਵਤਾ ਦੇ ਲਈ ਕਲਿਆਣਕਾਰੀ ਨਹੀਂ ਹੈ, ਘਾਣ ਕਰਦੀ ਹੈ, ਇਹ ਘਾਣ ਕਰਦੀ ਹੈ। ਤੇ ਉਹਦੇ ਲਈ ਸਾਨੂੰ ਕੁਝ ਦਿੱਤਾ ਵੀ ਸੀ, ਉਹਦੇ ਲਈ ਸੰਵਿਧਾਨ ਤੋਂ ਬਾਅਦ ਸਾਨੂੰ ਦਿੱਤਾ ਵੀ ਸੀ। ਉਹ ਧੰਮ ਮਾਰਗ ਜਿਹੜਾ ਦਿੱਤਾ
ਕਿਉਂਕਿ ਬਾਬਾ ਸਾਹਿਬ ਜਦੋਂ ਸਾਡੇ ਤੋਂ ਜਾਣ ਲੱਗਦੇ ਆ, ਉਹ ਲਾਸਟ ਪੰਨੇ ਲਿਖ ਕੇ ਫੇਰ ਖਤਮ ਹੁੰਦੇ ਆ। ਜੀ ਉਹ ਜਿਹੜੀਆਂ 22 ਪ੍ਰਤਿਗਿਆਵਾਂ ਆ, ਜੀ। ਉਹਦੇ ਵਿੱਚ ਸਭ ਕੁਝ ਹੀ ਹੈ। ਬਿਲਕੁਲ ਬਿਲਕੁਲ ਉਹਦੇ ਚ ਅੰਧ ਵਿਸ਼ਵਾਸ ਦਾ ਖਾਤਮਾ ਬਿਲਕੁਲ ਤੇ ਮਾਨਵਤਾ ਦੇ ਇਸ ਸੌਫਟਵੇਅਰ ਨੂੰ ਵਰਤਣ ਲਈ ਬਿਲਕੁਲ। ਉਹ ਦੁਆਰ ਖੋਲਦੇ ਆ। ਤੇ ਇਸ ਕਰਕੇ ਸਾਨੂੰ ਜਿਹੜਾ ਆ ਜਿੱਥੇ ਉਹਨਾਂ ਦਾ ਅਧੂਰਾ ਕਾਰਵਾ ਆ, ਅਸੀਂ ਉੱਥੋਂ ਚੱਕਿਆ ਹੀ ਨਹੀਂ। ਅਸੀਂ ਜਿਹੜਾ ਆ ਉਹ ਬਹੁਤ ਸਾਰੇ ਲੋਕ ਤਾਂ ਜਿਹੜਾ ਇਹਦਾ ਸੌਫਟਵੇਅਰ ਦਾ ਇਸਤੇਮਾਲ ਕਰਨ ਨੂੰ ਮਤਲਬ ਅੱਜ ਵੀ ਤਿਆਰ ਨਹੀਂ। ਕਿਸੇ ਵਿਅਕਤੀ ਵਿਸ਼ੇਸ਼ ਦੀ ਪੂਜਾ ਦੇ ਵਿੱਚ ਫਸ ਕੇ ਰਹਿਣਾ ਚਾਹੁੰਦੇ ਆ। ਜਿਹੜਾ ਧੰਮ ਆ ਉਹ 'ਚ ਵਿਅਕਤੀ ਵਿਸ਼ੇਸ਼ ਲਈ ਕੋਈ ਸਥਾਨ ਨਹੀਂ। ਬੁੱਧ ਨੇ ਜਦੋਂ ਇਹ ਧੰਮ ਦਾ ਮਾਰਗ ਦਿੱਤਾ, ਨਾ ਰਾਹੁਲ ਨੂੰ ਉਹਦਾ ਉੱਤਰਾਧਿਕਾਰੀ ਬਣਾਇਆ, ਨਾ ਯਸ਼ੋਧਰਾ ਨੂੰ ਬਣਾਇਆ, ਨਾ ਉਹਨੇ ਜਿਹੜਾ ਆ ਆਪਣੀ ਮਹਾਮਾਇਆ ਜਿਹੜੀ ਸੀ ਉਹਨਾਂ ਨੂੰ ਬਣਾਇਆ। ਹਾਂਜੀ, ਇਸ ਕਰਕੇ ਉਹਨਾਂ ਨੇ ਪਰਿਵਾਰ ਤੰਤਰ ਨੂੰ ਦੂਰ ਰੱਖਿਆ ਤੇ ਲੋਕਤੰਤਰ ਬਣਾਉਣ ਵਾਸਤੇ ਉਹਨੇ ਨਾ ਸੰਘ ਦੇ ਵਿੱਚ ਆਪਣੇ ਆਪ ਨੂੰ ਜਗ੍ਹਾ ਰੱਖੀ, ਨਾ ਧੰਮ ਦੇ ਵਿੱਚ ਰੱਖੀ ਆ। ਇਦਾਂ ਹੀ ਜਿਹੜਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਆਪਣੇ ਵਾਸਤੇ ਨਹੀਂ ਜਗ੍ਹਾ ਰੱਖੀ, ਲੋਕਾਂ ਲਈ, ਲੋਕਾਂ ਵਾਸਤੇ। ਸਾਹਿਬ ਕਾਂਸ਼ੀ ਰਾਮ ਨੇ ਵੀ ਜਿਹੜੀ ਹੈ ਆਪਣੇ ਵਾਸਤੇ ਕੋਈ ਜਗ੍ਹਾ ਨਹੀਂ ਰੱਖੀ ਤੇ ਉਹਨੇ ਕਿਹਾ ਮੈਂ ਛੋਟਾ ਜਿਹਾ ਵਰਕਰ ਆ। ਇਹ ਗੱਲ ਵੱਖਰੀ ਹੈ ਕਿ ਮੈਂ ਵੱਡਾ ਕੰਮ ਕਰਨ ਵਿੱਚ ਲੱਗਾ, ਮੈਨੂੰ ਵੱਡਾ ਵਰਕਰ ਸਮਝਦੇ ਆ। ਆਪਾਂ ਸਾਰੇ ਜਿਹੜੇ ਆ ਲੋਕ ਇੱਕ ਸਮਾਨ ਆ। ਤੋ ਇਸ ਕਰਕੇ ਜਿਹੜਾ ਆ ਸਾਨੂੰ ਆਪਣੇ ਮਹਾਂਪੁਰਖਾਂ ਦਾ ਜਿਹੜਾ ਸੱਭਿਆਚਾਰਕ ਕਲਚਰ ਜੇ ਅਸੀਂ ਗਰਾਊਂਡ ਤੇ ਲੈ ਕੇ ਜਾਂਦੇ ਆ, ਉਹਨੂੰ ਸੱਭਿਆਚਾਰ ਦਾ ਹਿੱਸਾ ਬਣਾਉਂਦੇ ਆ ਤੇ ਫਿਰ ਅਸੀਂ ਜਿਹੜਾ ਆ ਸਾਰੇ ਲੋਕਾਂ ਨੂੰ ਉਹਦਾ ਹਿੱਸੇਦਾਰ ਬਣਾਉਂਦੇ ਆ, ਤਾਂ ਅਸੀਂ ਫੇਰ ਹੀ ਬਾਬਾ ਸਾਹਿਬ ਦੀ ਅਧੂਰੇ ਕਾਰਵਾਂ ਨੂੰ ਪੂਰਾ ਕਰਨ ਦੇ ਵਿੱਚ ਸਫਲ ਹੋ ਸਕਦੇ ਹਾਂ। ਨਹੀਂ ਤਾਂ ਜੇ ਅੱਜ ਦਾ ਤੁਸੀਂ ਮਾਹੌਲ ਦੇਖਦੇ ਆ, ਬਾਬਾ ਸਾਹਿਬ ਦੀ ਕੀਤੀ ਤੋਂ ਬਾਅਦ ਸੰਵਿਧਾਨ ਆਇਆ। ਸੰਵਿਧਾਨ ਤੋਂ ਬਾਅਦ ਜਿਹੜਾ ਪੜ੍ਹਿਆ ਲਿਖਿਆ ਵਰਗ ਇੱਕ ਨਜ਼ਰ ਆਇਆ। ਪੜ੍ਹੇ ਲਿਖੇ ਵਰਗ ਤੋਂ ਬਾਅਦ ਅੱਜ ਸਾਨੂੰ ਜਿਹੜਾ ਆ, ਕਿਉਂਕਿ ਪੁੱਤਰ ਸੁਪੁੱਤਰ ਉਹ ਹੁੰਦੇ ਆ, ਸੁਪੁੱਤਰ ਜਿਹੜੇ ਜਿੱਦਾਂ ਸਾਡੇ ਮੱਧ ਭਾਰਤ ਦੇ ਸਾਡੇ ਮਹਾਪੁਰਸ਼ ਸੀ, ਜਿਨ੍ਹਾਂ ਨੇ ਕ੍ਰਾਂਤੀ ਵਾਸਤੇ ਇੱਕ ਸੋਚ ਦਿੱਤੀ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਅਨ ਛੋਟ ਬੜੇ ਸਭ ਸੰਬਸਨ ਰਵਿਦਾਸ ਰਹੇ ਪ੍ਰਸੰਨ ਕਿ ਬੇਗਮ, ਜਿਹਦੇ 'ਚ ਕੋਈ ਗਮ ਨਾ ਹੋਵੇ, ਇਹੋ ਜਿਹਾ ਬੇਗਮਪੁਰਾ ਵਸਾਉਣਾ ਆ। ਤੇ ਉਹਦੇ ਲਈ ਸਾਨੂੰ ਰਸਤਾ ਸੌਫਟ ਕਰ ਦਿੱਤਾ ਸੰਵਿਧਾਨ 'ਚ। ਹਰ ਇੱਕ ਨੂੰ ਜਿਹੜਾ ਆ ਉਹ ਪਾਵਰ ਸ਼ਾਸਕ ਬਣਨ ਵਾਲੀ ਜਿਹੜੀ ਹੈ ਉਹ ਸੈਨਿਕ ਪਾਵਰ ਦੇ ਦਿੱਤੀ। ਬਈ ਜਿਹੜਾ ਕਿਰਪਾਨ ਨਾਲ ਕੰਮ ਹੁੰਦਾ ਸੀ, ਉਂਗਲੀ ਨਾਲ ਹੋਊਗਾ। ਵਿੰਗੇ ਬੌਲਾ ਵੀ ਉਹ ਉਂਗਲੀ ਨਾਲ ਕੰਮ ਕਰ ਸਕਦਾ, ਜਿਹੜਾ ਜਿਹਦੇ ਡੌਲਿਆਂ 'ਚ ਨਹੀਂ ਵੀ ਤਾਂ ਜਾਨ ਉਹ ਵੀ ਕਰ ਸਕਦਾ। ਉਹ ਸੰਵਿਧਾਨ ਆ ਗਿਆ। ਸੰਵਿਧਾਨ ਤੋਂ ਬਾਅਦ ਉਹਦਾ ਇਸਤੇਮਾਲ ਕਰਨ ਵਾਲਾ, ਇਸਤੇਮਾਲ ਸਿਖਾਉਣ ਵਾਲਾ ਕਾਂਸ਼ੀ ਰਾਮ ਪੈਦਾ ਹੋ ਗਿਆ। ਉਹ ਦੇਖੋ ਕਿੱਦਾਂ ਦਾ ਨਾਅਰਾ ਦਿੰਦੇ ਆ। ਉਹ ਸੁਪੁੱਤਰ ਸੀ, ਐਵੇਂ ਥੋੜ੍ਹਾ ਗਿਆ। ਬਾਬਾ ਸਾਹਿਬ ਦਾ ਦੂਸਰਾ ਨਾਂ ਕਾਂਸ਼ੀ ਰਾਮ, ਕਾਂਸ਼ੀ ਰਾਮ। ਜਿੰਨੀ ਜਿਹਦੀ ਸੰਖਿਆ ਭਾਰੀ ਉਨੀ ਉਹਦੀ ਹਿੱਸੇਦਾਰੀ ਜਿਹੜੀ ਜਿੰਨੀ ਕੁ ਜਿਹਦੀ ਸੰਖਿਆ ਆ ਉਹਨੂੰ ਹਿੱਸੇਦਾਰੀ ਬਣੀ ਮਿਲੇਗੀ। ਉਹਦਾ ਭਾਵ ਸੀਗਾ ਵੀ ਲੋਕਤੰਤਰ ਦਾ ਹਰ ਕੋਈ ਹਿੱਸੇਦਾਰ ਵੀ ਰਹਿਣਾ ਚਾਹੀਦਾ, ਪਰ ਸੰਖਿਆ ਦੇ ਆਧਾਰ ਤੇ, ਕਿਉਂਕਿ ਜਾਤੀਆਂ ਬਣਾ ਕੇ ਬਹੁ ਗਿਣਤੀ ਲੋਕਾਂ ਦਾ ਘਾਣ ਹੋਇਆ। ਜੇ ਬਹੁ ਗਿਣਤੀ ਲੋਕਾਂ ਦੀ ਜਿਹੜੀ ਹੈ ਉਹ ਅਤਿਆਚਾਰ ਜਾਂ ਸ਼ੋਸ਼ਕਾਂ ਦੀ ਗਿਣਤੀ ਜ਼ਿਆਦਾ, ਤਾਂ ਉਹਨਾਂ ਨੂੰ ਪਾਵਰ ਵੱਧ ਮਿਲੂਗੀ ਵੀ ਜਿੰਨੀ ਜਿਹਦੀ ਸੰਖਿਆ ਭਾਰੀ ਉਨੀ ਉਹਦੀ ਹਿੱਸੇਦਾਰੀ। ਇਹ ਜਿਹੜਾ ਹੁਣ ਪੜ੍ਹੇ ਲਿਖੇ ਵਰਗ ਨੂੰ ਸਮਝਾਇਆ ਸੀ, ਉਹਦੀ ਅੱਜ ਜ਼ਿੰਮੇਵਾਰੀ ਤਾਂ ਇਹ ਬਣਦੀ ਸੀ ਵੀ ਆਪਣੇ ਪੁਰਖਿਆਂ ਦਾ ਜਿਹੜਾ ਕਾਰਵਾ ਆ ਉਹਨੂੰ ਗਰਾਊਂਡ ਤੇ ਲਿਜਾਂਦੇ, ਕੱਲੇ ਕੱਲੇ ਦੇ ਘਰ ਲਿਜਾਂਦੇ। ਤੇ ਗੁੜਾ ਸਾਹਿਬ ਇਹ ਜਿਹੜਾ ਹੁਣ ਅੱਜ ਦਾ ਅਜੋਕੇ ਸਮੇਂ ਤੇ ਸਾਡੇ ਵਿੱਚ ਜਿਹੜੀ ਇਹ ਖੜੋਤ ਆਈ ਆ ਕਿ ਜਿਹੜੇ ਪੜ੍ਹੇ ਲਿਖੇ ਲੋਕ ਸੀ ਬਾਬਾ ਸਾਹਿਬ ਦੇ ਕੀਤੇ ਦਾ ਲਾਹਾ ਲੈਣ ਵਾਲੇ, ਉਹ ਖੁਦ ਡਾਕਟਰ ਹੁੰਦੇ ਹੋਏ ਆਈਲੈਟ ਕਰਾਉਂਦੇ ਆ, ਬਾਹਰ ਭੇਜੀ ਜਾਂਦੇ ਆ। ਜਿਹੜੇ ਵਕੀਲ, ਜੱਜ ਜਾਂ ਵੱਡੇ ਵੱਡੇ ਪ੍ਰਿੰਸੀਪਲ ਆਪ ਨੌਕਰੀਆਂ ਕਰਕੇ ਹਟੇ ਆ। ਕੋਈ ਤੁਹਾਨੂੰ ਪਿੰਡਾਂ ਕੋਠੀਆਂ 'ਚ ਜਾਓ, ਕੋਠੀਆਂ ਖਾਲੀ ਮਿਲਣਗੀਆਂ, ਜਾਣੀ ਕਿ ਬਾਹਰਲੇ ਪੈਸੇ ਤੇ ਡਿਪੈਂਡ ਹੋ ਗਏ ਆ। ਸਾਨੂੰ ਤਾਂ ਬਾਬਾ ਸਾਹਿਬ ਨੇ, ਬੁੱਧਾ ਨੇ ਜਾਂ ਸਾਹਿਬ ਕਾਂਸ਼ੀ ਰਾਮ ਨੇ ਇਹ ਸ੍ਰਿਸ਼ਟੀ ਨੂੰ ਜਿਹੜੀ ਹੈ ਉਹ ਖੂਬਸੂਰਤ ਬਣਾਉਣਾ ਤੇ ਲੋਕਾਂ ਨੂੰ ਨੌਕਰੀਆਂ ਦੇਣਾ। ਕਿਉਂਕਿ ਜਿਹੜੀ 3 ਵਾਰ ਸਰਕਾਰ ਬਣੀ ਸੀ
ਉਹ 'ਚ ਬੇਸ਼ੁਮਾਰ ਮਹਾਂਪੁਰਸ਼ਾਂ ਦੇ ਨਾਂ 'ਤੇ ਯੂਨੀਵਰਸਿਟੀਆਂ, ਖੂਬਸੂਰਤ ਸਥਾਨ ਬਣੇ ਨਜ਼ਰ ਆਉਂਦੇ ਆ। ਔਰ ਜਿਹੜੀਆਂ ਨੌਕਰੀਆਂ ਉਹ ਵੀ ਇਤਿਹਾਸ਼ਾ ਦਿੱਤੀਆਂ ਗਈਆਂ। ਬਾਬਾ ਸਾਹਿਬ ਅੰਬੇਡਕਰ ਦੇ ਨਾਂ 'ਤੇ ਅੰਬੇਡਕਰ ਗ੍ਰਾਮ ਵਿਕਾਸ ਯੋਜਨਾਵਾਂ ਬਣਾਈਆਂ ਗਈਆਂ। ਇਹ ਸਾਹਿਬ ਨੇ ਕਰਕੇ ਦਿਖਾਇਆ ਸੀ। ਅੱਜ ਜਿਹੜਾ ਆ ਉਹ ਉਹਦੇ ਜਾਣ ਤੋਂ ਬਾਅਦ ਖੜੋਤ ਆ ਗਈ ਆ। ਤੇ ਇਹ ਇੱਕ ਪੂਰੀ ਕਿਨ ਕਰਨੀ ਆ। ਇਹ ਪੜ੍ਹੇ ਲਿਖੇ ਲੋਕਾਂ ਨੇ ਸਾਨੂੰ ਜਿਹੜਾ ਸੱਭਿਆਚਾਰਕ ਤੇ ਕਲਚਰ ਦੇ ਰਾਹੀਂ ਸਾਨੂੰ ਮੇਰਾ ਖਿਆਲ ਆ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਇਹ ਸੱਭਿਆਚਾਰ ਤੇ ਕਲਚਰ ਦੇ ਰਾਹੀਂ ਕਰਨੀ ਚਾਹੀਦੀ ਹੈ। ਜਿਹੜੀ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਯਤਨ, ਕੋਸ਼ਿਸ਼, ਮਿਹਨਤ, ਸੰਘਰਸ਼ ਦੇ ਸਦਕਾ ਸਾਨੂੰ ਹੱਕ ਅਧਿਕਾਰ ਲੈ ਕੇ ਦਿੱਤੇ ਸੀ, ਤੇ ਉਹ ਜ਼ਿੰਮੇਵਾਰੀ ਅੱਜ ਸਮਾਜ ਦੇ ਮੋਢਿਆਂ ਤੇ ਹੈ। ਤੇ ਸਮਾਜ ਦੇ ਮੋਢਿਆਂ ਦੇ ਨਾਲ ਨਾਲ ਪੜ੍ਹੇ ਲਿਖੇ ਵਰਗ ਦੀ ਜਿਹੜੀ ਜ਼ਿੰਮੇਵਾਰੀ ਸੀ ਉਹਦੇ ਤੇ ਕਿਤੇ ਨਾ ਕਿਤੇ ਉਂਗਲੀ ਅੱਜ ਵੀ ਰੱਖੀ ਜਾ ਰਹੀ ਹੈ ਹਰ ਇੱਕ ਦੇ ਵੱਲੋਂ। ਜਿਵੇਂ ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਨੇ ਜਿਉਂਦੇ ਜੀ ਕਿਹਾ ਸੀ ਕਿ ਮੈਨੂੰ ਪੜ੍ਹੇ ਲਿਖੇ ਸਮਾਜ ਨੇ ਧੋਖਾ ਦਿੱਤਾ, ਤੇ ਅੱਜ ਉਹੀ ਗੱਲ ਦੁਹਰਾਣੀ ਪੈ ਰਹੀ ਆ। ਇਹ ਨਹੀਂ ਕਿ ਸਾਰੇ, ਕੁਝ ਕੁ ਪਰਸੈਂਟ ਕੁਝ ਕੁ ਕੰਮ ਕਰ ਰਿਹਾ, ਪਰ ਬਾਕੀ ਜਿਹੜਾ ਉਹ ਸਮਾਜ ਹੈ, ਜਿਵੇਂ ਕੌਲ ਸਾਹਿਬ ਉਹਨਾਂ ਨੇ ਕਿਹਾ ਕਿ ਉਹ ਪੜ੍ਹਿਆ ਲਿਖਿਆ ਵਰਗ ਆਪ ਵੱਡੇ ਸ਼ਹਿਰਾਂ 'ਚ ਵਸਣ ਲੱਗ ਗਿਆ ਤੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਭੇਜ ਕੇ ਉਹ ਆਪਣੇ ਆਪ ਨੂੰ ਸੁਰਖਰੂ ਸਮਝਦਾ ਕਿ ਮੈਂ ਆਪਣੀ ਜ਼ਿੰਮੇਵਾਰੀ ਨਿਭਾਤੀ ਹੈ। ਨਹੀਂ, ਬਾਬਾ ਸਾਹਿਬ ਦੀ ਗੱਲ ਨਹੀਂ ਮੰਨੀ। ਬਾਬਾ ਸਾਹਿਬ ਨੇ ਤਾਂ ਕਿਹਾ ਸੀਗਾ ਕਿ ਪੜ੍ਹ ਲਿਖ ਕੇ ਜਦੋਂ ਤੁਸੀਂ ਅਫਸਰ ਬਣ ਗਏ ਤਾਂ ਪਿੰਡਾਂ ਦੇ ਵਿੱਚ, ਬਸਤੀਆਂ ਦੇ ਵਿੱਚ, ਝੁੱਗੀਆਂ ਦੇ ਵਿੱਚ ਜਾਇਓ, ਤਾਂ ਕਿ ਉਸ ਸਮਾਜ ਨੂੰ ਵੀ ਪਤਾ ਲੱਗੇਗਾ ਅਸੀਂ ਤੁਹਾਡੇ ਵਿੱਚੋਂ ਆ। ਤੇ ਜੇ ਸਾਡੇ ਬੱਚੇ ਜਿਹੜੇ ਉਹ ਪੜ੍ਹ ਲਿਖ ਕੇ ਇੱਥੋਂ ਤੱਕ ਪਹੁੰਚ ਸਕਦੇ ਆ, ਟਾਈ ਲਾ ਕੇ ਆ ਸਕਦੇ ਆ, ਗੱਡੀਆਂ ਵੱਡੀਆਂ 'ਚ ਆ ਸਕਦੇ ਆ, ਹੂਟਰ ਵਾਲੀ ਗੱਡੀ 'ਚ ਆ ਸਕਦੇ ਆ, ਤੇ ਬੱਚਿਆਂ ਦੇ ਵਿੱਚ ਚਿਟਕ ਜਾਗਦੀ ਕਿ ਅਸੀਂ ਵੀ ਪੜ੍ਹ ਲਿਖ ਕੇ ਇਦਾਂ ਦੇ ਬਣੀਏ। ਪਰ ਅਫਸੋਸ ਕਿ ਉਹ ਜਿਹੜਾ ਸਮਾਜ ਹੈਗਾ, ਅਫਸਰ ਤਾਂ ਬਣ ਗਏ ਬਾਬਾ ਸਾਹਿਬ ਦੀ ਬਦੌਲਤ ਔਰ ਐਸਸੀ ਕਮਿਊਨਿਟੀ ਦਾ ਸਰਟੀਫਿਕੇਟ ਲਗਾ ਕੇ, ਪਰ ਉਹ ਮੁੜ ਬਸਤੀਆਂ ਦੇ ਵਿੱਚ ਨਹੀਂ ਗਏ। ਉਹ ਅਰਬਨ ਸਟੇਟ ਜਾਂ ਉਹ ਮੋਹਾਲੀ ਜਾਂ ਉਹ ਚੰਡੀਗੜ੍ਹ ਵਾਜਾ ਵੱਡੇ ਸ਼ਹਿਰਾਂ ਵਿੱਚ ਰਹਿਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ। ਇਸ ਕਰਕੇ ਸਮਾਜ ਦੇ ਵਿੱਚ ਅੱਜ ਕਿਤੇ ਨਾ ਕਿਤੇ ਜਿਹੜੀ ਖੜੋਤ ਉਹ ਆਈ ਦਿਸ ਰਹੀ ਹੈ। ਤੇ ਸਾਨੂੰ ਅੱਜ ਬਾਰ-ਬਾਰ ਕਹਿਣਾ ਪੈ ਰਿਹਾ ਕਿ ਜਿਹੜਾ ਅੱਜ ਵੀ ਬਾਬਾ ਸਾਹਿਬ ਦੇ ਕਹੇ ਮੁਤਾਬਕ ਪੜ੍ਹਿਆ ਲਿਖਿਆ ਸਮਾਜ ਹੈ, ਉਹ ਅੱਜ ਵੀ ਸਮਾਜ ਨੂੰ ਧੋਖਾ ਦੇ ਰਿਹਾ, ਅੱਜ ਵੀ ਉਹ ਆਪਣੀ ਡਿਊਟੀ ਨਹੀਂ ਦੇ ਰਿਹਾ। ਅੱਜ ਸਮਾਜ ਦੇ ਵਿੱਚ ਜੇ ਕ੍ਰਾਂਤੀ ਲੈ ਕੇ ਆਉਣੀ ਆ, ਬਾਬਾ ਸਾਹਿਬ ਦੀ ਫੋਟੋ ਉਹਨਾਂ ਦੇ ਘਰਾਂ 'ਚ ਵੀ ਲੱਗੀ ਹੈ, ਨਾਰੇ ਉਹ ਵੀ ਲਾਉਂਦੇ ਹੁੰਦੇ ਆ ਕਿ ਬਾਬਾ ਸਾਹਿਬ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਪਰ ਨਹੀਂ ਦਿੱਤਾ ਜਾ ਰਿਹਾ। ਅੱਜ ਸਮਾਜ ਦੇ ਵਿੱਚ ਜੇ ਕ੍ਰਾਂਤੀ ਚਾਹੁੰਦੇ ਹੋ, ਜੇ ਸੱਚੀ ਬਾਬਾ ਸਾਹਿਬ ਦੀ ਸੋਚ ਦੇ ਮੁਤਾਬਕ ਭਾਰਤ ਸਿਰਜਣਾ ਚਾਹੁੰਦੇ ਹੋ, ਤੇ ਉਹਨਾਂ ਦੀ ਗੱਲ ਮੰਨਣੀ ਪਏਗੀ, ਉਹਨਾਂ ਦੇ ਕਾਰਜ ਨੂੰ ਅੱਗੇ ਲੈ ਕੇ ਜਾਣਾ ਪਏਗਾ, ਤੇ ਉਹ ਜ਼ਿੰਮੇਵਾਰੀ ਵੀ ਆਪਣੇ ਮੋਢਿਆਂ ਤੇ ਲੈ ਕੇ ਆਉਣੀ ਪਏਗੀ। ਬਾਬਾ ਸਾਹਿਬ ਕੱਲੇ ਉਸ ਵੇਲੇ ਦਹਾੜਦੇ ਸੀ, ਤੇ ਅੱਜ ਬਾਬਾ ਸਾਹਿਬ ਦੀ ਬਦੌਲਤ ਕਿੰਨੇ ਲੋਕ ਪੜ੍ਹੇ ਲਿਖੇ ਨੇ, ਦਹਾੜ ਮਰ ਚੁੱਕੀ ਹੈ, ਤੇ ਅੱਜ ਅਲੰਬੇ ਦੇ ਭਾਗੀਦਾਰ ਨੇ। ਤੇ ਅੱਜ ਸਮਾਜ ਦੇ ਵਿੱਚ ਬਾਬਾ ਸਾਹਿਬ ਵੱਲੋਂ ਦਿੱਤੇ ਅਧਿਕਾਰ ਜਿਹੜੇ ਇੱਕ ਇੱਕ ਕਰਕੇ ਖੋਹੇ ਜਾ ਰਹੇ ਨੇ। ਕੀ ਕਹਿਣਾ ਚਾਹੋਗੇ ਕੌਲ ਸਾਹਿਬ, ਅੱਜ ਜਿਹੜਾ ਐਜੂਕੇਸ਼ਨ ਖੋਹੀ ਜਾ ਰਹੀ ਹੈ, ਸਹੂਲਤਾਂ ਖੋਈਆਂ, ਜਿਹੜੀਆਂ ਰਿਜ਼ਰਵੇਸ਼ਨ ਦੇ ਤਹਿਤ ਜਿਹੜੇ ਅਫਸਰ ਬਣੇ ਸੀਗੇ ਉਹ ਅੱਜ ਰਿਜ਼ਰਵੇਸ਼ਨ, ਉਹ ਜਿਹੜੇ ਜੌਬਾਂ ਖੋਈਆਂ ਗਈਆਂ, ਪ੍ਰਾਈਵੇਟੇਸ਼ਨ ਲੈ ਆਂਦਾ ਤੇ ਸਾਰਾ ਸਿਸਟਮ ਉਥਲ-ਪੁਥਲ ਕਰਕੇ ਰੱਖ ਦਿੱਤਾ। ਲੱਗਦਾ ਇਦਾਂ ਕਿ ਬਾਬਾ ਸਾਹਿਬ ਦੇ ਦਿੱਤੇ ਅਧਿਕਾਰ ਜਿਹੜੇ ਆ ਉਹ ਅੱਜ ਕਾਗਜ਼ਾਂ ਦੇ ਵਿੱਚ ਦਿਖਾਈ ਦੇ ਰਹੇ ਨੇ। ਪ੍ਰੈਕਟੀਕਲੀ ਜਿਹੜਾ ਸਮਾਜ ਦੇ ਵਿੱਚ ਹਾਲਾਤ ਮਾੜੇ, ਆਉਣ ਵਾਲਾ ਜਿਹੜਾ ਸੰਕੇਤ ਜੋ ਦਿਸ ਰਿਹਾ, ਸਮਾਜ ਦੇ ਹਾਲਾਤ ਬਹੁਤੇ ਚੰਗੇ ਦਿਖਾਈ ਨਹੀਂ ਦੇ ਰਹੇ। ਜੇ ਨਹੀਂ ਦਿਖਾਈ ਦੇ ਰਹੇ, ਸਾਨੂੰ ਹੁਣ ਤੋਂ ਇਹਦੇ ਲਈ ਚੇਤਨ ਹੋ ਜਾਣਾ ਚਾਹੀਦਾ, ਚਤੰਨ ਹੋ ਜਾਣਾ ਚਾਹੀਦਾ, ਤੇ ਇਹਦੇ ਲਈ ਚਿੰਤਾ ਕਰ, ਇਹਦੇ ਲਈ ਕੋਈ ਨਾ ਕੋਈ ਹੱਲ ਕੱਢਣੇ ਚਾਹੀਦੇ ਨੇ। ਕੌਣ ਸਾਹਿਬ ਕੀ ਕਹਿਣਾ ਚਾਹੋਗੇ ਇਹਦੇ ਲਈ ਤੁਸੀਂ? ਦੇਖੋ ਗੁੜਾ ਸਾਹਿਬ, ਜਿਹੜੀ ਬਾਬਾ ਸਾਹਿਬ ਨੇ ਵੀ ਕਿਹਾ ਕਿ ਪੋਲੀਟੀਕਲ ਪਾਵਰ ਮਾਸਟਰ ਕੀ ਆ, ਜਿਨ੍ਹਾਂ ਸਾਰੀਆਂ ਮੁਸ਼ਕਲਾਂ ਦੇ ਤਾਲੇ ਖੁੱਲ੍ਹਦੇ ਆ। ਨਾਲ ਉਹ ਵੀ ਇਹ ਵੀ ਕਹਿੰਦੇ ਆ ਕਿ ਜਿਸ ਸਮਾਜ ਦੀਆਂ ਗੈਰ ਰਾਜਨੀਤਿਕ ਜੜ੍ਹਾਂ ਮਜ਼ਬੂਤ ਨਾ ਹੋਣ, ਉਹਨਾਂ ਦੀ ਰਾਜਨੀਤੀ ਸਥਿਰ ਨਹੀਂ ਹੁੰਦੀ। ਸਾਹਿਬ ਕਾਂਸ਼ੀ ਰਾਮ ਨੇ ਵੀ ਕਿਹਾ ਕਿ ਜਿਹੜਾ ਕਿਸੇ ਵੀ ਮਜ਼ਬੂਤ ਸੰਗਠਨ ਦੇ ਨਾਲ ਤੁਸੀਂ ਜਿਹੜਾ ਆ ਉਹ ਕੋਈ ਵੀ ਲੜਾਈ ਜਿੱਤ ਸਕਦੇ ਆ। ਅੱਜ ਜਿਹੜਾ ਅਸੀਂ ਦੇਖਦੇ ਆ ਕਿ ਅਸੀਂ ਰਾਜਨੀਤਿਕ ਤੌਰ ਤੇ ਤਾਂ ਕਮਜ਼ੋਰ ਹੋਏ ਆ, ਸੋਸ਼ਲ ਤੇ ਧਾਰਮਿਕ ਸਾਡੀ ਕੋਈ ਲੜਾਈ ਸੰਗਠਨ ਹੈ ਨਹੀਂ। ਇਸ ਕਰਕੇ ਸੰਗਠਨ ਮਜ਼ਬੂਤ ਬਣਾਉਣ ਦੇ ਲਈ ਸਾਨੂੰ ਜਿਹੜਾ ਆ ਵਿਚਾਰਧਾਰਕ ਸੰਗਠਨ ਮਜ਼ਬੂਤ ਕਰਨ ਵਾਸਤੇ ਸੱਭਿਆਚਾਰਕ ਵਿੱਚ ਆਉਣ ਦੀ ਲੋੜ ਆ, ਕਿਉਂਕਿ ਜਿਨ੍ਹਾਂ ਦਾ
ਸੰਗਠਨ ਮਜ਼ਬੂਤ ਹੁੰਦਾ, ਉਹਨਾਂ ਤੇ ਅਤਿਆਚਾਰ ਨਹੀਂ ਹੁੰਦੇ, ਉਹਨਾਂ ਦੇ ਹੱਕ ਨਹੀਂ ਖੋਏ ਜਾਂਦੇ। ਜਦੋਂ ਬਾਬਾ ਸਾਹਿਬ ਜਾਂਦੇ ਆ ਤੇ ਬਾਬਾ ਸਾਹਿਬ ਦੇ ਜਾਣ ਤੋਂ ਬਾਅਦ ਜਿਹੜੀ ਅੰਬੇਡਕਰੀ ਆ ਮਹਾਰਾਸ਼ਟਰ ਦੇ, ਉਹ ਲਗਾਤਾਰ ਤਕਰੀਬਨ 20 ਸਾਲ ਡਾਕਟਰ ਅੰਬੇਡਕਰ ਯੂਨੀਵਰਸਿਟੀ ਦਾ ਮੰਗ ਕਰਦੇ ਰਹੇ। ਮਰਾਠਵਾੜਾ ਯੂਨੀਵਰਸਿਟੀ ਦਾ ਵੀ ਨਾਂ ਜਿਹੜਾ ਹੈ ਬਦਲ ਕੇ ਡਾਕਟਰ ਅੰਬੇਡਕਰ ਯੂਨੀਵਰਸਿਟੀ ਰੱਖਿਆ ਜਾਵੇ, ਲੇਕਿਨ ਸਾਹਿਬ ਕਾਂਸ਼ੀ ਰਾਮ ਦੇ ਨਾਲ ਉਹ ਚੱਲੇ ਨਹੀਂ। ਤੇ ਸਾਹਿਬ ਕਾਂਸ਼ੀ ਰਾਮ ਨੇ ਇਹ ਜਿਹੜਾ ਸੰਗਠਨ ਆ ਉਹਨਾਂ ਨੇ ਫਿਰ ਉੱਤਰ ਪ੍ਰਦੇਸ਼ 'ਚ ਜਾ ਕੇ ਮਜ਼ਬੂਤ ਕਰਨਾ ਸ਼ੁਰੂ ਕਰਤਾ। ਜਦੋਂ ਸੰਗਠਨ ਮਜ਼ਬੂਤ ਹੋਇਆ ਤਾਂ ਰਾਜੀਵ ਗਾਂਧੀ ਨੇ ਉੱਥੇ ਜਾ ਕੇ ਡਾਕਟਰ ਅੰਬੇਡਕਰ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਤੇ ਸਾਹਿਬ ਕਹਿੰਦੇ ਵੀ ਇਹ ਮੰਗ ਤਾਂ ਜਿਹੜੀ ਹੈ ਉਹ ਮਹਾਰਾਸ਼ਟਰ ਦੇ ਅੰਬੇਡਕਰੀਆਂ ਦੀ ਸੀ, ਇਹ ਪੂਰੀ ਜਾ ਕੇ ਜਿਹੜੀ ਹੈ ਉੱਤਰ ਪ੍ਰਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ। ਮੈਂ ਇਹ ਮਿਸਾਲ ਤਾਂ ਦਿੱਤੀ ਹੈ ਕਿ ਉੱਥੇ ਦਾ ਜਿਹੜਾ ਆ ਉਹ ਸੋਸ਼ਲ ਡੀਐਸਪੋਰ ਤੇ ਰਾਜਨੀਤਿਕ ਬੀਐਸਪੀ ਮਜ਼ਬੂਤ ਹੋ ਚੁੱਕੀ ਸੀ। ਕਾਂਗਰਸ ਦੀਆਂ ਜੜ੍ਹਾਂ ਉੱਥੋਂ ਹਿੱਲਣ ਲੱਗ ਪਈਆਂ ਸੀ। ਇਸ ਕਰਕੇ ਸਾਨੂੰ ਜਿਹੜਾ ਆ, ਅਸੀਂ ਜੇ ਰਾਜਨੀਤਿਕ ਤੌਰ ਤੇ ਨਹੀਂ ਤਾਂ ਘੱਟੋ ਘੱਟ ਪਹਿਲਾਂ ਸੋਸ਼ਲ, ਕਿਉਂਕਿ ਰਾਜੇ ਨੂੰ ਜਿਹੜੀ ਹੈ ਉਹ ਡਰਾਵਾ ਆਪਣੀ ਕੁਰਸੀ ਦਾ ਹੁੰਦਾ। ਉਹ ਕੁਰਸੀ ਜਿਹੜੀ ਹੈ ਉਹ ਉਦੋਂ ਹਿੱਲਣ ਲੱਗ ਪੈਂਦੀ ਹੈ ਜਦੋਂ ਦੂਸਰਾ ਵਿਰੋਧੀ ਧਿਰ ਆਪਣਾ ਸਮਾਜਿਕ ਗਠਬੰਧਨ ਜਿਹੜਾ ਆ ਉਹ ਮਜ਼ਬੂਤ ਕਰ ਲੈਂਦਾ। ਉਹ ਸਮਾਜਿਕ ਗਠਬੰਧਨ ਦੀ ਮਜ਼ਬੂਤੀ ਜਿਹੜੀ ਹੈ ਉਹ ਵਿਚਾਰਧਾਰਾ ਆ। ਜੇ ਵਿਚਾਰਧਾਰਾ ਸਾਡੀ ਸੰਘ ਦੇ ਵਿੱਚ ਤਬਦੀਲ ਹੋ ਜਾਵੇ, ਇੱਕ ਸਾਡਾ ਮਜ਼ਬੂਤ ਸੰਗਠਨ ਬਣ ਜਾਵੇ, ਤਾਂ ਅਸੀਂ ਸਾਡੇ ਹੱਕ ਕਿਸੇ ਦੀ ਜ਼ਰੂਰਤ ਨਹੀਂ, ਕਿਉਂਕਿ ਉਹਨਾਂ ਨੂੰ ਪਤਾ ਕਿ ਮੇਰੀ ਕੁਰਸੀ ਜਿਹੜੀ ਹੈ ਇਹਨਾਂ ਨੇ ਖੋਹ ਲੈਣੀ ਆ। ਇਸ ਕਰਕੇ ਜਿੱਥੇ ਜਿੱਥੇ ਅਸੀਂ ਅੱਜ ਸਾਡਾ ਸੰਗਠਨ ਜਿਹੜਾ ਜਾਤੀ ਦੇ ਆਧਾਰ ਤੇ ਮਜ਼ਬੂਤ ਨਜ਼ਰ ਆਉਂਦਾ, ਤੇ ਉਹ ਸਾਨੂੰ ਦੇਖੋ ਕਿੱਦਾਂ ਉੱਥੇ ਜਾ ਕੇ ਝੁਕਦੇ ਆ। ਤੇ ਇਹ ਜਿਹੜਾ ਕਨਵਰਟ ਸਾਨੂੰ ਜਿਹੜਾ ਆ ਸਮਾਜਿਕ ਸੰਗਠਨ ਦੇ ਵਿੱਚ ਦੂਸਰਿਆਂ ਨੂੰ ਵੀ ਅਸੀਂ ਨਾਲ ਅਗਰ ਜੋੜਨ 'ਚ ਕਾਮਯਾਬ ਹੋ ਜਾਈਏ, ਇੱਕ ਮਜ਼ਬੂਤ ਜਾਤੀ ਤੋੜੋ ਤੇ ਸਮਾਜ ਜੋੜੋ ਦਾ ਅਗਰ ਕਨਸੈਪਟ ਜਿਹੜਾ ਸਾਨੂੰ ਪੁਰਖਿਆਂ ਨੇ ਦਿੱਤਾ, ਤੇ ਫਿਰ ਇਹ ਜਿਹੜੇ ਹੱਕ ਆ ਇਹ ਸਾਡੇ ਕੋਲੋਂ ਕੋਈ ਖੋਹ ਨਹੀਂ ਸਕਦਾ। ਹੁਣ ਅਸੀਂ ਜਿਹੜਾ ਆ ਜਦੋਂ ਖਿਲ ਰਿਹਾ ਹੋਵੇ ਸਮਾਜ, ਤੇ ਸ਼ਾਸਕ ਜਿਹੜਾ ਆਪਣੇ ਉਹ ਜਿਸ ਸਮਾਜ ਦਾ ਦੇ ਵਿੱਚ ਪੈਦਾ ਹੋਇਆ ਹੁੰਦਾ ਉਹਨਾਂ ਦੇ ਹੱਕ ਫਿਰ ਮਜ਼ਬੂਤ ਰੱਖਦਾ, ਤੁਹਾਡੇ ਹੱਕਾਂ ਤੇ ਡਾਕੇ ਪੈਂਦੇ ਆ। ਇਸ ਕਰਕੇ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਅੱਜ ਇਹ ਆਪਾਂ ਸਮਾਜ ਤੋਂ ਮੰਗ ਕਰਦੇ ਹਾਂ ਕਿ ਆਓ, ਡੁੱਲਿਆ ਵੀਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਅੱਜ ਜਾਗਰਤੀ ਵੀ ਆ ਚੁੱਕੀ ਆ। ਅੱਜ ਪੜ੍ਹਿਆ ਲਿਖਿਆ ਵਰਗ ਵੀ ਸਾਡੇ ਵਿੱਚ ਆ, ਔਰ ਸਾਡੀਆਂ ਔਰਤਾਂ ਵੀ ਜਿਹੜੀਆਂ ਆ ਆਪਣੇ ਮਹਾਂਪੁਰਸ਼ਾਂ ਨੂੰ ਤੋਂ ਜਾਣੂ ਹੋ ਚੁੱਕੀਆਂ। ਅਸੀਂ ਇੱਕ ਜਿਹੜਾ ਆ ਸ਼ਾਂਤੀ, ਪਿਆਰ, ਭਾਈਚਾਰੇ ਵਾਲੀ ਵਿਚਾਰਧਾਰਾ ਦਾ ਮਜ਼ਬੂਤ ਸੰਗਠਨ ਪੈਦਾ ਕਰੀਏ ਸੱਭਿਆਚਾਰਕ ਰਾਹੀਂ, ਕਲਚਰ ਰਾਹੀਂ, ਕਿ ਦੁਸ਼ਮਣ ਨੂੰ ਇਹ ਨਜ਼ਰ ਆਵੇ ਵੀ ਹੁਣ ਜਿਹੜਾ ਆ ਵਰਨ ਵਿਵਸਥਾ ਵਾਲਾ ਹਿੰਦੂ ਰਾਸ਼ਟਰ ਵਾਲਾ ਸਿਸਟਮ ਨਹੀਂ ਚੱਲਣਾ। ਹੁਣ ਅੰਬੇਡਕਰ ਔਰ ਉਹਦੇ ਜਿਹੜੇ ਹੈ ਪੈਰੋਕਾਰ ਜਿਹੜੇ ਆ ਜਾਗਰਤ ਹੋ ਚੁੱਕੇ ਆ, ਤਾਂ ਸਾਡੇ ਹੱਕ ਬਚ ਸਕਦੇ ਆ। ਬਿਲਕੁਲ ਜੀ, ਹੱਕਾਂ ਨੂੰ ਬਚਾਉਣ ਦਾ ਸਮਾਂ ਸਮਾਜਿਕ ਤੌਰ ਤੇ ਸਾਨੂੰ ਮਜ਼ਬੂਤ ਹੋਣਾ ਪਏਗਾ। ਰਾਜਨੀਤਿਕ ਤੌਰ ਤੇ ਠੀਕ ਹੈ, ਪਰ ਰਾਜਨੀਤਿਕ ਤੌਰ ਤੇ ਅੱਜ ਕਿਤੇ ਨਾ ਕਿਤੇ ਵੀਕ ਹੋਏ, ਫੇਲ ਹੋਏ ਦਿਖਾਈ ਦੇ ਰਹੇ ਨੇ। ਕਿਉਂਕਿ ਅੱਜ ਜੇ ਪੰਜਾਬ ਦੀ ਗੱਲ ਕਰੀਏ, ਅੱਜ 36 ਵਿਧਾਇਕ ਸ਼ਡਿਊਲਡ ਕਾਸਟ ਹੋਣ ਦੇ ਬਾਵਜੂਦ ਵੀ ਪੰਜਾਬ ਦੀ ਸਰਕਾਰ ਦੇ ਵਿੱਚ ਖਜ਼ਾਨਾ ਮੰਤਰੀ ਹੋਣ ਦੇ ਬਾਵਜੂਦ ਵੀ ਜਿਹੜਾ ਸ਼ਡਿਊਲਡ ਕਾਸਟ ਸਮਾਜ ਹੈ ਫਿਰ ਵੀ ਲੁੱਟਿਆ ਮਹਿਸੂਸ ਹੋ ਰਿਹਾ। ਉਹ ਇਸ ਕਰਕੇ ਹੋ ਰਿਹਾ ਕਿ ਜਿਹੜੇ ਪੋਲੀਟੀਕਲ ਲੀਡਰ ਕੁਰਸੀਆਂ ਦੇ ਵਿੱਚ ਜਾ ਕੇ ਬਹਿ ਗਏ ਤਾਂ ਜਾ ਕੇ ਸਮਾਜ ਨੂੰ ਭੁੱਲ ਗਏ। ਅੱਜ ਸਮਾਜ ਦੇ ਹੱਕ ਇਹਨਾਂ 36 ਦੇ ਹੋਣ ਦੇ ਬਾਵਜੂਦ ਵੀ ਮਾਰੇ ਗਏ ਨੇ। 34 ਸੀਟਾਂ SC ਸੀ ਤੇ 2 ਜਨਰਲ ਸੀਟਾਂ ਤੋਂ ਵੀ SC ਸਾਡੇ ਸਮਾਜ ਦੇ ਜਿੱਤੇ ਨੇ, ਪਰ ਸਮਾਜ ਅੱਜ ਫਿਰ ਵੀ ਉਹਨਾਂ ਤੋਂ ਬਗੈਰ ਵੀ ਉਹ ਅਸੁਰੱਖਿਅਤ ਮਹਿਸੂਸ ਕਰ ਰਿਹਾ, ਹੱਕ ਵਾਂਝਿਆਂ ਤੋਂ ਮਹਿਸੂਸ ਕਰ ਰਿਹਾ, ਹੱਕ ਖੋਹੇ ਜਾਣ ਮਹਿਸੂਸ ਕਰ ਰਿਹਾ।
ਕੋਈ ਕਿਸੇ ਪਾਸੇ ਸੁਣਵਾਈ ਨਹੀਂ ਹੈ। ਇਸ ਕਰਕੇ ਜਿਵੇਂ ਕੌਲ ਸਾਹਿਬ ਨੇ ਵੀ ਬੜੀ ਗੱਲ ਤੇ ਜ਼ੋਰ ਦਿੱਤਾ ਕਿ ਇੱਕ ਸਾਨੂੰ ਸਮਾਜਿਕ ਜਿਹੜਾ ਸੰਗਠਨ, ਗੈਰ ਰਾਜਨੀਤਿਕ ਸੰਗਠਨ ਉਹ ਮਜ਼ਬੂਤ ਬਣਾਉਣ ਦੀ ਲੋੜ ਹੈ, ਜਿਹਦੇ ਨਾਲ ਜਿਹੜਾ ਉਹ ਰਾਜਨੀਤਿਕ ਲੋਕਾਂ ਨੂੰ ਵੀ ਇੱਕ ਡਰ ਤੇ ਸਰਕਾਰ ਨੂੰ ਵੀ ਇੱਕ ਡਰ ਬਣਿਆ ਰਿਹਾ ਵੀ ਇਹ ਭਾਈਚਾਰਾ ਇਕੱਠਾ ਹੈ। ਤੇ ਬਾਬਾ ਸਾਹਿਬ ਨੇ ਵੀ ਕਿਹਾ ਸੀਗਾ ਪੜੋ ਜੁੜੋ ਤੇ ਸੰਘਰਸ਼, ਉਹਨਾਂ ਨੇ ਜੁੜਨ ਦੀ ਗੱਲ ਕੀਤੀ ਹੈ। ਤੇ ਗੱਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੇ ਵੀ ਮੱਖੀਆਂ ਦੀ ਉਦਾਹਰਨ ਦੇ ਕੇ ਇਕੱਠੇ ਰਹਿਣ ਲਈ ਕਿਹਾ। ਤੇ ਤਦ ਹੀ ਇਹ ਸਰਕਾਰਾਂ ਤੇ ਦਬਦਬਾ ਤੇ ਇਹ ਸਾਡੇ ਹੀ ਪੋਲੀਟੀਕਲ ਲੀਡਰ ਜਿਹੜੇ ਉਹਨਾਂ ਤੇ ਦਬਦਬਾ ਬਣਿਆ ਰਹੇਗਾ। ਨਹੀਂ ਤੇ ਅੱਜ ਸਾਡੇ ਲੀਡਰ ਜਿਹੜੇ ਨੇ ਉਹ ਬੇਲਗਾਮ, ਸਮਾਜ ਦਾ ਕੋਈ ਡਰ ਨਹੀਂ, ਜਿਹਦਾ ਜੀ ਕਰਦਾ ਜਿੱਤ ਕੇ ਸੰਵਿਧਾਨ ਸਭਾ 'ਚ ਪਹਿਲੀ ਗੱਲ ਬੋਲਦਾ ਕੋਈ ਨਹੀਂ, ਜਦੋਂ ਜੀ ਕਰਦਾ ਟਿਕਟ ਨਹੀਂ ਮਿਲੀ ਤਾਂ ਦੂਜੀ ਪਾਰਟੀ, ਟਿਕਟ ਨਹੀਂ ਮਿਲੀ ਤਾਂ ਤੀਜੀ ਪਾਰਟੀ 'ਚ, ਸਮਾਜ ਦਾ ਇਹਨਾਂ ਨੂੰ ਕੋਈ ਡਰ ਨਹੀਂ। ਇਸ ਕਰਕੇ ਅੱਜ ਬਾਬਾ ਸਾਹਿਬ ਦਾ ਜੇ ਸੁਪਨਾ ਪੂਰਾ ਕਰਨਾ, ਮਿਸ਼ਨ ਪੂਰਾ ਕਰਨਾ, ਜੋਤੀ ਰਾਓ ਸਵਿਤਰੀ ਬਾਈ ਫੂਲੇ ਦਾ ਸੁਪਨਾ ਪੂਰਾ ਕਰਨਾ, ਸੰਕਲਪ ਪੂਰਾ ਕਰਨਾ, ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਸਾਨੂੰ ਗੈਰ ਰਾਜਨੀਤਿਕ ਸੰਗਠਨ ਬਹੁਤ ਜ਼ਿਆਦਾ ਮਜ਼ਬੂਤ ਕਰਨਾ ਪਏਗਾ, ਜਿਹਦੇ ਨਾਲ ਰਾਜਨੀਤੀ ਉਹਨਾਂ ਤੋਂ ਥਰ-ਥਰ ਕੰਬੇ, ਸਰਕਾਰਾਂ ਥਰ-ਥਰ ਕੰਬਣ। ਕੌਲ ਸਾਹਿਬ ਆਖਰ ਤੇ ਕੀ ਸੰਦੇਸ਼ ਦੇਣਾ ਚਾਹੋਗੇ 1 ਮਿੰਟ ਦੇ ਲਈ, ਕਿਉਂਕਿ ਸਮਾਂ ਜਿਹੜਾ ਉਹ ਬਿਲਕੁਲ ਪੂਰਾ ਹੋਣ ਦੇ ਕੰਢੇ ਤੇ ਬਾਬਾ ਸਾਹਿਬ ਨੂੰ ਆਪਾਂ ਯਾਦ ਕਰ ਰਹੇ ਹਾਂ। ਇਤਿਹਾਸ ਜਾਣ ਕੇ ਪਿਛੋਕੜ ਦਾ ਵਰਤਮਾਨ ਨੂੰ ਜਿਹੜਾ ਉਹ ਸਵਾਰਿਆ ਜਾਂਦਾ। ਭਵਿੱਖ ਕਿਸੇ ਨੇ ਦੇਖਿਆ ਨਹੀਂ ਹੁੰਦਾ। ਭਵਿੱਖ ਜੇ ਤੁਹਾਡਾ ਵਰਤਮਾਨ ਸੁਖੀ ਆ ਤੇ ਭਵਿੱਖ ਵੀ ਸੁਖੀ ਹੁੰਦਾ। ਇਸ ਕਰਕੇ ਜਿਹੜਾ ਅੱਜ ਆ ਸਾਡੇ ਕੋਲ ਬਚਿਆ ਆ, ਅਸੀਂ ਉਹਨੂੰ ਜੇ ਸੁਖਮਈ ਬਣਾਉਣਾ ਆ, ਆਪਣੇ ਸਮਾਜ ਲਈ ਸੁੱਖਾਂ ਦਾ ਰਸਤਾ ਲੱਭਣਾ, ਤੇ ਇਤਿਹਾਸ ਜਿਹੜਾ ਉਹਨੂੰ ਜਾਣਨ ਦੀ ਲੋੜ ਆ। ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਾਨੂੰ ਵਰਤਮਾਨ ਸੁਖੀ ਕਰਨ ਵਾਸਤੇ ਅੱਜ ਸਾਡੇ ਕੋਲ ਸਮਾਂ ਕਿ ਆਓ 14 ਅਪ੍ਰੈਲ ਨੂੰ ਜਿਹੜਾ ਅਸੀਂ ਸੱਭਿਆਚਾਰਕ ਕਲਚਰ ਪ੍ਰੋਗਰਾਮ ਬਣਾਉਣ ਵਾਸਤੇ ਇਹਨੂੰ ਬੱਚੇ ਨੂੰ ਜਿਹੜਾ ਜੈ ਭੀਮ ਕਹਿਣਾ ਸਿਖਾਈਏ, ਬੱਚੇ ਨੂੰ ਔਰ ਆਪਣੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਜਿਹੜੀਆਂ ਰਿਸ਼ਤੇਦਾਰਾਂ ਨੂੰ ਬਾਬਾ ਸਾਹਿਬ ਦੀ ਹਿਸਟਰੀ ਜਾਂ ਜਿਹੜੀ ਹੈ ਉਹ ਯਾਦ ਕਰਾਈਏ। ਉਹਨਾਂ ਦੇ ਨਾਂ ਤੇ ਜਿਹੜਾ ਜਿੱਦਾਂ ਅਸੀਂ ਸੱਭਿਆਚਾਰ ਦੇ ਵਿੱਚ ਗੀਤ ਗਾਉਂਦੇ ਆ ਤੇ ਗੀਤਾਂ ਰਾਹੀਂ ਜਿਹੜਾ ਉਹਨਾਂ ਨੂੰ ਬੋਲੀਆਂ ਰਾਹੀਂ ਯਾਦ ਕਰੀਏ। 13-14 ਅਪ੍ਰੈਲ ਨੂੰ ਡਾਕਟਰ BR ਅੰਬੇਡਕਰ ਪਾਰਕ ਦੇ ਵਿੱਚ ਮੇਲਾ, ਜਿਹੜੇ ਸਾਥੀ ਦੇਖ ਰਹੇ ਆ ਇਹ ਕਾਂਛੀ TV ਰਾਹੀਂ, ਮੇਰੀ ਉਹਨਾਂ ਨੂੰ ਇੱਕ ਨਾਲ ਬੇਨਤੀ ਵੀ ਆ ਵੀ ਜਿੱਥੇ ਵੀ ਤੁਹਾਡੇ ਲਿੰਕ ਆ, ਇਹ ਪੰਜਾਬ ਦਾ ਨਹੀਂ ਪੂਰੇ ਵਰਲਡ ਦੇ ਵਿੱਚ ਚਰਚਾ ਆ ਜੇ ਡਾਕਟਰ ਅੰਬੇਡਕਰ ਪਾਰਕ ਦੀ, ਤੇ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ, ਘਰਦਿਆਂ ਨੂੰ ਇਹ ਜਿਹੜਾ ਕਹੋ ਕਿ ਆਓ ਜਿਹੜਾ ਅਧੂਰਾ ਕਾਰਵਾਂ ਜਿਹੜਾ ਉਹਨੂੰ ਪੂਰਾ ਕਰਨ ਵਾਸਤੇ, ਸੱਭਿਆਚਾਰਕ ਰੈਵੋਲੂਸ਼ਨ ਲਿਆਉਣ ਵਾਸਤੇ ਆਪਾਂ ਜਿਹੜੀ ਸ਼ੁਰੂਆਤ ਪੰਜਾਬ ਤੋਂ ਹੋਈ ਆ, ਹੋਰ ਵੀ ਸਾਡੇ ਜਗ੍ਹਾ ਇਹ ਕੰਮ ਚੱਲਦੇ ਪਏ ਆ, ਇਹ ਇਕੱਲਾ ਇੱਕ ਜਗ੍ਹਾ ਨਹੀਂ ਹੈ। ਤੇ ਉਹਨਾਂ ਪ੍ਰੋਗਰਾਮਾਂ ਦਾ ਹਿੱਸਾ ਬਣ ਕੇ ਬਾਬਾ ਸਾਹਿਬ ਦੀ ਜੈ ਜੈਕਾਰ ਜਿਹੜੀ ਹੈ ਉਹ ਬੱਚਾ ਕਹੇ ਕਿ ਬੱਚਾ ਜਿਹੜਾ ਆ ਉਹ ਅੱਜ ਬਾਬਾ ਸਾਹਿਬ ਦੀ ਟੀਮ ਦਾ ਆ, ਤੇ ਬੱਚਾ ਭੀਮ ਦਾ, ਬਾਬਾ ਸਾਹਿਬ ਦੀ ਟੀਮ ਦਾ। ਇਸ ਤਰ੍ਹਾਂ ਦੇ ਨਾਲ ਜਿਹੜਾ ਆ ਉਹ ਅਸੀਂ ਉਹਦੇ ਜਿਹੜੇ ਫੇਰ ਸਾਨੂੰ ਬਾਬਾ ਸਾਹਿਬ ਦੀ ਹਿਸਟਰੀ ਪੜ੍ਹਨੀ ਚਾਹੀਦੀ ਆ। ਤੇ ਇਹੀ ਜਿਹੜਾ ਅੱਜ ਦਾ ਜੀ ਆਪਾਂ ਅਪ੍ਰੈਲ ਦੇ ਮਹੀਨੇ ਤੇ ਚਰਚਾ ਕੀਤੀ ਆ ਕਿ ਸਾਡੇ ਪੁਰਖਿਆਂ ਨੇ ਜਿੱਥੇ ਗੱਲ ਆਪਣਾ ਜ਼ਿੰਦਗੀ ਦਾ ਸਮਾਂ ਲਾ ਕੇ ਛੱਡ ਕੇ ਗਏ ਆ, ਉਦੋਂ ਅੱਗੇ ਲੈ ਕੇ ਜਾਣ ਦੀ ਲੋੜ ਆ। ਤੋ ਇਸ ਕਰਕੇ ਆਪਾਂ ਨੂੰ ਇਹੀ ਅੱਜ ਸੰਦੇਸ਼ ਆ, ਅਪੀਲ ਆ, ਜਿਹੜੀ ਚਰਚਾ ਦਾ ਵਿਸ਼ਾ ਆ ਬਈ ਆਪਾਂ ਇਹ ਜਿਹੜਾ ਆ ਸਮਾਜ ਦੇ ਵਿੱਚ ਜਿਹੜੀ ਖੜੋਤ ਆਈ ਆ, ਇਹ ਖੜੋਤ ਕਿਵੇਂ ਟੁੱਟ ਸਕਦੀ ਆ। ਇਹ ਖੜੋਤ ਜਿਹੜੀ ਇੱਦਾਂ ਹੀ ਟੁੱਟਣੀ ਆ ਜਿਹੜਾ ਜੇ ਅਸੀਂ ਆਪਣੇ ਪੁਰਖਿਆਂ ਦੀ ਲਾਈਨ ਦੇ ਮੁਤਾਬਕ ਵਿਚਾਰਧਾਰਕ ਸੰਗਠਨ ਦੀ ਮਜ਼ਬੂਤੀ ਕਰ ਦੇਈਏ ਤਾਂ ਸਾਡੇ ਜਿਹੜਾ ਜਦੋਂ ਅਸੀਂ ਇਸ ਲਾਈਨ ਤੇ ਤੁਰ ਪਏ ਫਿਰ ਡਾਕਟਰ ਪੰਪੋਸ਼ ਵਰਗੇ ਜਿਹੜੇ ਕਤਲ ਹੈ ਉਹ ਨਹੀਂ ਹੋਣਗੇ। ਔਰ ਜੋ ਪੰਜਾਬ ਦੇ ਵਿੱਚ ਮਾਝੇ ਮਾਲ ਵਿੱਚ ਕਤਲ ਹੁੰਦੇ ਆ, ਅਤਿਆਚਾਰ ਜਾਤੀ ਦੇ ਆਧਾਰ ਤੇ ਹੁੰਦੇ ਆ, ਜਦ ਕਿ ਮਾਨਸਿਕੀ ਜਾਤ ਸਭ ਇੱਕ ਪਹਿਚਾਨ ਬੋਦਾ ਜਿਹੜਾ ਉਹ ਜ਼ਿਆਦਾ ਰੌਲਾ ਇੱਥੇ ਪੈਂਦਾ ਆ ਪੰਜਾਬ ਦੇ ਵਿੱਚ, ਪਰ ਮਾਨਸਿਕੀ ਜਾਤ ਦਾ ਕਤਲ ਵੀ ਇੱਥੇ ਹੀ ਹੁੰਦਾ ਜਾਤੀ ਦੇ ਆਧਾਰ ਤੇ। ਤੇ ਇਹ ਅਸੀਂ ਜਿਹੜੀ ਹੈ ਉਹ ਗੁਰੂਆਂ ਦੀ ਸੋਚ ਤੇ ਚੱਲੇ ਨਹੀਂ। ਗੁਰੂਆਂ ਨੇ ਤਾਂ ਜਿਹੜਾ ਜੋ ਕਨਸੈਪਟ ਦਿੱਤਾ ਸੀ ਕਿ
ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਆਤ ਨੀਚ ਜੀ ਨਾਨਕ ਤਿਨ ਕੇ ਸੰਗ ਸਾਥ ਵੱਡਿਆਂ ਸੁਕਾਰੀ। ਬਿਲਕੁਲ, ਬਿਲਕੁਲ। ਤੇ ਗੁਰੂ ਸਾਹਿਬ 10ਵੇਂ ਵੀ ਜਿਨ੍ਹਾਂ ਨੂੰ ਕਹਿੰਦੇ ਆ ਅਸੀਂ, ਉਹ ਵੀ ਤਾਂ ਇਹੀ ਕਹਿੰਦੇ ਸੀ, ਮਾਨਸ ਕੀ ਜਾਤ ਸਭੀ ਇੱਕ ਪਹਿਚਾਨ ਹੋ। ਉਹਨਾਂ ਨੇ ਗਰੀਬਾਂ ਨੂੰ ਕਿਹਾ ਸੀ ਨਹੀਂ ਕਿ ਕਿਰਪਾ ਸੇ ਸਜੇ ਹਮ ਹੈ, ਪਰ ਉਹਨਾਂ ਦੇ ਉੱਤੇ ਜਿਹੜਾ ਸੋਚਦੇ ਤੇ ਕਾਬਜ ਆ, ਉਹ ਜਾਤੀ ਦਾ ਹੰਕਾਰ ਲੈ ਕੇ ਅੱਜ ਵੀ ਜਿਹੜਾ ਮਾਹੌਲ ਖਰਾਬ ਕਰ ਰਹੇ ਆ ਔਰ ਅਤਿਆਚਾਰ ਗਰੀਬਾਂ ਦੇ ਕਰ ਰਹੇ ਆ। ਉਹ ਜੇ ਸਿੱਖਿਆ ਲੈਣ ਗਏ ਆ ਤਾਂ ਸਾਡੀਆਂ ਬੱਚੀਆਂ ਦਾ ਕਤਲ ਕਰ ਰਹੇ ਆ। ਤੇ ਉਹ ਹੈ ਗੁਰੂ ਰਾਮਦਾਸ ਜੀ ਦੇ ਨਾਂ ਤੇ ਬੜੇ ਕਾਲਜ ਆ। ਕਿਉਂ ਨਹੀਂ ਇਹ ਜਿਹੜਾ ਇਹ ਸੋਚਿਆ ਜਾਂਦਾ? ਸਾਨੂੰ ਸਿਰਫ ਤੇ ਸਿਰਫ ਬਾਬਾ ਸਾਹਿਬ ਦੀ ਕਲਮ, ਬਾਬਾ ਸਾਹਿਬ ਦੀ ਸਿੱਖਿਆ ਵੱਲ ਧਿਆਨ ਦੇਣ ਦੀ ਲੋੜ ਆ ਤੇ ਉਹਦੇ ਵਿਚਾਰਾਂ ਦਾ ਸੰਗਠਨ ਖੜਾ ਕਰਨ ਦੀ ਲੋੜ ਆ, ਤਾਂ ਹੀ ਸਾਡਾ ਭਲਾ ਆ। ਨਹੀਂ ਤਾਂ ਜਿਹੜੇ ਮਤਲਬ ਸਾਡੇ ਵੀ ਕਈ ਜਿਹੜੇ ਇਸ ਵੇਲੇ ਆਗੂ ਆ, ਉਹ ਕੁਰਾਹੇ ਪੈ ਜਾਂਦੇ ਆ। ਜਿਹੜੀ ਬਾਬਾ ਸਾਹਿਬ ਨੂੰ ਛੱਡ ਕੇ ਉਹ ਕਹਿੰਦੇ ਕਰੇ ਇੱਧਰਲੇ ਪਾਸੋਂ ਸਾਡਾ ਫਾਇਦਾ ਛੇਤੀ ਹੋ ਜਾਣਾ। ਇਹ ਸਾਨੂੰ ਜਿਨ੍ਹਾਂ ਨੇ ਤੁਹਾਨੂੰ ਪਾਵਰਾਂ ਦਿੱਤੀਆਂ, ਅਗਰ ਤੁਸੀਂ ਸਾਥ ਛੱਡੋਗੇ, ਉਹਨਾਂ ਦਾ ਸੋਚ ਛੱਡੋਗੇ, ਕੱਖ ਨਹੀਂ ਮਿਲਣਾ। ਨੁਕਸਾਨ ਹੋਏਗਾ। ਇਹ ਵਿਚਾਰਾਂ ਦਾ ਸੰਗਠਨ। ਬਿਲਕੁਲ ਜੀ, ਵਿਚਾਰਾਂ ਦਾ ਸੰਗਠਨ ਹੈ। ਬਾਬਾ ਸਾਹਿਬ ਭੀਮ ਰਾਓ ਡਾਕਟਰ ਅੰਬੇਡਕਰ ਜੀ ਦੇ ਵਿਚਾਰ ਨੇ, ਉਹਨੂੰ ਆਪਾਂ ਨੂੰ ਅੱਗੇ ਲੈ ਕੇ ਜਾਣਾ, ਤਦ ਹੀ ਸਮਾਜ ਮਜ਼ਬੂਤ ਹੋਏਗਾ। ਕੌਲ ਸਾਹਿਬ, ਤੁਸੀਂ ਬਹੁਤ ਬਰੀਕੀ ਦੇ ਨਾਲ ਚਰਚਾ ਕੀਤੀ ਹੈ ਸਾਡੇ ਸਰੋਤਿਆਂ ਦੇ ਨਾਲ। ਤੁਹਾਡਾ ਧੰਨਵਾਦ ਜੀ, ਥੈਂਕ ਯੂ ਜੀ। ਤੁਹਾਡਾ ਬਹੁਤ ਬਹੁਤ ਕਾਂਸ਼ੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜਾ ਪੂਰੇ ਵਰਲਡ ਦੇ ਵਿੱਚ ਜਿਹੜਾ ਆਪਣੇ ਮਹਾਂਪੁਰਸ਼ਾਂ ਦੇ ਵਿਚਾਰਾਂ ਦਾ ਫੈਲਾਅ ਕਰਦੇ ਆ। ਔਰ ਜੋ ਅਸੀਂ ਧੰਨਵਾਦੀ ਆ NRI ਭਰਾਵਾਂ ਦੇ, ਵਰਲਡ ਦੇ ਭਰਾਵਾਂ ਦੇ, ਜੋ ਅੱਜ ਜਿਹੜਾ ਸੋਸ਼ਲ ਤੇ ਰਾਜਨੀਤਿਕ ਤੇ ਸੱਭਿਆਚਾਰਕ ਜਿਹੜੀ ਅੱਜ ਮਹਾਂਪੁਰਸ਼ਾਂ ਦੇ ਨਾਂ ਤੇ ਕ੍ਰਾਂਤੀ ਕਰ ਰਹੇ ਆ, ਜਾਂ ਜਿੰਨੇ ਵੀ ਸਾਡੇ ਸਾਥੀ ਕਰ ਰਹੇ ਆ, ਉਹਨਾਂ ਨੂੰ NRI ਭਰਾਵਾਂ ਦਾ ਬਹੁਤ ਬੜਮੁੱਲਾ ਯੋਗਦਾਨ ਆ। ਜੇ ਉਹ ਪਾਰਕ ਜਿਹੜੀ ਹੈ ਉਹ NRIਆਂ ਦੀ ਬਦੌਲਤ ਹੀ ਬਣੀ ਹੈ। ਇੱਥੋਂ ਦੀਆਂ ਸਰਕਾਰਾਂ ਨੇ ਜਿਹੜਾ ਉਹ ਨਹੀਂ ਬਣਾਈ, ਜੇ ਅੱਜ ਇਤਿਹਾਸ ਬਣਿਆ। ਤੇ ਇੱਦਾਂ ਹੀ ਜਿਹੜਾ ਆ ਉਹ ਸਾਰੇ ਸਾਥੀ ਗਰਾਊਂਡ ਤੇ ਕੰਮ ਕਰਨ ਵਾਲਿਆਂ ਨੂੰ ਵੀ ਤੁਸੀਂ ਥੋੜਾ ਹੌਸਲਾ ਦੇ ਹੀ ਰੱਖਣਾ, ਔਰ ਇਹ ਕਾਰਵਾ ਜਿਹੜਾ ਅੱਗੇ ਵੱਧਦਾ ਜਾਏਗਾ। ਇੱਕ ਦਿਨ ਜ਼ਰੂਰ ਆਏਗਾ ਬਾਬਾ ਸਾਹਿਬ ਦੇ ਬੱਚਿਆਂ ਦਾ ਜਿਹੜਾ ਆ ਉਹ ਪੂਰਾ ਬੋਲਬਾਲਾ ਪੂਰੇ ਭਾਰਤ ਦੇ ਵਿੱਚ ਹਰ ਜਗ੍ਹਾ ਹੋਏਗਾ। ਇਹੀ ਜਿਹੜਾ ਆ ਸਾਰਿਆਂ ਦਾ ਮੈਂ ਤੁਹਾਡਾ ਧੰਨਵਾਦ ਜੀ। ਕਾਂਸ਼ੀ ਟੀਵੀ ਦਾ ਜੈ ਭੀਮ, ਜੈ ਭਾਰਤ। ਜੈ ਭੀਮ, ਜੈ ਭਾਰਤ। ਤੇ ਤੁਹਾਡਾ ਵੀ ਧੰਨਵਾਦ ਜੀ, ਤੁਸੀਂ ਸਮਾਂ ਦੇ ਰਹੇ ਹੋ ਤੇ ਤੁਸੀਂ ਕਾਂਸ਼ੀ ਟੀਵੀ ਨਾਲ ਜੁੜੇ ਰਹਿਣਾ। ਬਹੁਤ ਧੰਨਵਾਦ ਜੀ। ਜੈ ਭੀਮ, ਜੈ ਗੁਰੂ।